ਦੇ ਲੋਕ ਮਿਲੈ ਉਪਹਾਰਾ। ਲੈ ਕਰਕੇ ਭੇਟਾਵਾਂ ਬਹੁਤ ਸੰਗਤਾਂ ਆਉਂਦੀਆਂ ਨੇ। ਸੱਚੇ ਪਾਤਸ਼ਾਹ ਨੂੰ ਉਪਹਾਰ ਭੇਟਾਵਾਂ ਭੇਟ ਕਰਦੇ ਹੋਏ ਮਹਾਰਾਜ ਜੀ ਦਾ ਦਰਸ਼ਨ ਕਰਦੇ ਆ। ਜਾਣੈ ਗੁਰੂ ਪ੍ਰਤਾਪ ਉਦਾਰਾ। ਸਤਿਗੁਰੂ ਜੀ ਦੇ ਸ੍ਰੇਸ਼ਟ ਪ੍ਰਤਾਪ ਨੂੰ ਹੁਣ ਸਾਰਾ ਭਾਰਤ ਵਰਸ਼ੀ ਜਾਣ ਗਿਆ। ਉਸ ਸਮੇਂ ਸਭ ਤੋਂ ਵੱਡੀ ਏਸ਼ੀਆ ਦੇ ਵਿੱਚ ਆਰਮੀ ਜਿਹੜੀ ਸੀ ਨਾ, ਭਾਵ ਫੌਜ, ਇਹ ਸ਼ਾਹਜਹਾਂ ਦੀ, ਜਹਾਂਗੀਰ ਦੀ, ਨੌਰੰਗੇ ਦੀ ਮੰਨੀ ਜਾਂਦੀ ਸੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ 2 ਵਾਰੀ ਕਰਾਰੀ ਹਾਰ ਦੇਤੀ ਏਡੀ ਵੱਡੀ ਫੌਜ ਨੂੰ। ਮਹਾਰਾਜ ਦਾ ਪ੍ਰਤਾਪ ਜਾਣਗੇ ਹੁਣ ਸਾਰੇ ਕਿ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਿੱਡਾ ਵੱਡਾ ਪ੍ਰਤਾਪ ਹੈ। ਗ੍ਰਾਮ ਗ੍ਰਾਮ ਘਰ ਘਰ ਤਿਸ ਦੇਸ। ਨਗਰਾਂ ਨਗਰਾਂ ਵਿੱਚ ਤਿਸ ਦੇਸ਼ ਦੇ ਅੰਦਰ, ਘਰਾਂ ਘਰਾਂ ਦੇ ਅੰਦਰ ਸਤਿਗੁਰੂ ਜੀ ਦੀਆਂ ਹੀ ਬਾਤਾਂ ਲੋਕ ਕਰਦੇ ਆ। ਵਧਿਓ ਨਿਤਾ ਪ੍ਰਤ ਤੇਜ ਵਿਸ਼ੇਸ਼। ਹਜੂਰ ਦਾ ਵਿਸ਼ੇਸ਼ ਕਰਕੇ ਤੇਜ ਪ੍ਰਤਾਪ ਬਹੁਤ ਵਧਿਆ। ਦੋਖੀ ਸਹਿ ਗਏ ਮਹਾਰਾਜ ਦਾ ਪ੍ਰਤਾਪ ਵੇਖ ਕਰਕੇ। ਬਹੁਤ ਘਾਵ ਵਿਧੀਏ ਕੇ ਘੋਰੇ। ਬਾਬਾ ਬਿਧੀ ਚੰਦ ਜੀ ਜਦੋਂ ਇਹ ਯੁੱਧ ਹੋਇਆ ਤੇ ਬਿਧੀ ਚੰਦ ਜੀ ਦੇ ਘੋੜੇ ਨੂੰ ਵੀ ਬਹੁਤ ਡਾਢੇ ਜ਼ਖਮ ਲੱਗੇ ਯੁੱਧ ਵਿੱਚ। ਮ੍ਰਿਤਕ ਭਇਓ ਸੋ ਪੀ ਤਿਸ ਠਾਉਰੇ। ਇਸ ਯੁੱਧ ਦੇ ਮੈਦਾਨ ਵਿੱਚ ਬਿਧੀ ਚੰਦ ਜੀ ਦਾ ਘੋੜਾ ਵੀ ਸ਼ਹੀਦ ਹੋ ਗਿਆ, ਮਾਰਿਆ ਗਿਆ ਉਸ ਯੁੱਧ ਦੇ ਅੰਦਰ। ਅਪਰ ਸੁਪਟ ਕੇ ਮਰੇ ਤੁਰੰਗ। ਹੋਰ ਵੀ ਸਿੱਖ ਸੂਰਮਿਆਂ ਦੇ ਘੋੜੇ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋਏ। ਕੇਤਕ ਜੋਧਾ ਘਾਇਲ ਅੰਗ। ਤੇ ਕਿੰਨੇ ਕੁ ਯੋਧੇ ਸੂਰਬੀਰ ਜਿਨ੍ਹਾਂ ਦੇ ਅੰਗ ਜਿਹੜੇ ਆ ਉਹ ਵੱਡੇ ਜ਼ਖਮਾਂ ਕਰਕੇ ਜਿਹੜੇ ਉਹ ਘਾਇਲ ਨੇ, ਜ਼ਖਮੀ ਹਨ। ਸਭ ਕੀ ਖਾਨ ਪਾਨ ਸੁਧ ਸਾਰੀ। ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਭ ਦੇ ਖਾਣ ਪੀਣ ਦੀ ਸਾਰੀ ਖਬਰ ਮਹਾਰਾਜ ਸਾਹਿਬ ਜੀ ਰੱਖਦੇ ਆ। ਲੇਤ ਸਦਾ ਗੁਰ ਕਰੁਣਾ ਧਾਰੀ। ਕਿਰਪਾ ਧਾਰ ਕੇ ਸਤਿਗੁਰੂ ਜੀ ਸਭ ਦੀ ਖਬਰ ਸਾਰ ਲੈਂਦੇ ਆ। ਇਹ ਸਾਧ ਸੰਗਤ ਜੀ ਮਹਾਰਾਜ ਜੀ ਨੇ ਸਾਨੂੰ ਚੰਗੇ ਜਰਨੈਲ ਦੇ ਗੁਣ ਵੀ ਦੱਸੇ ਆ। ਜਿਹੜਾ ਚੰਗਾ ਜਰਨੈਲ ਹੁੰਦਾ ਉਹਦਾ ਹਰੇਕ ਸਿਪਾਹੀ ਨਾਲ ਤਾਲਮੇਲ ਹੁੰਦਾ ਤੇ ਸਿਪਾਹੀ ਉਹਨੂੰ ਇੰਨਾ ਪਿਆਰ ਕਰਦੇ ਹੁੰਦੇ ਆ। ਸਫਲ ਜਰਨੈਲ ਜੋ ਹੋਵੇ ਆਪਣੇ ਜਰਨੈਲ ਦੀ ਇੱਕ ਆਵਾਜ਼ ਤੇ ਆਪਣੀਆਂ ਜਾਨਾਂ ਹੂਲ ਦਿੰਦੇ, ਉਹਦੇ ਇੱਕ ਇਸ਼ਾਰੇ ਤੇ ਆਪਣੀ ਜ਼ਿੰਦਗੀ ਐਂ ਕੁਰਬਾਨ ਕਰ ਦਿੰਦੇ ਜਿਵੇਂ ਭੰਟਾ ਲਾਟ ਦੇ ਉੱਤੇ ਆ ਕੇ ਸੜ ਜਾਂਦਾ ਹੈ। ਸੱਚੇ ਪਾਤਸ਼ਾਹ ਇੱਕ ਇੱਕ ਸਿੱਖ ਨੂੰ ਪੁੱਛਦੇ ਆ ਤੇਰਾ ਕੀ ਹਾਲ ਹੈ, ਜ਼ਖਮ ਕਿਵੇਂ ਹੈ। ਸਤਿਗੁਰੂ ਜੀ ਖਾਣ ਪੀਣ ਤੱਕ ਪੁੱਛਦੇ ਆ। ਬੜਾ ਖੁਰਾਕ ਦਾ ਸਿੱਖਾਂ ਦਾ ਮਹਾਰਾਜ ਜੀ ਧਿਆਨ ਕਰਦੇ ਆ। ਅੱਜ ਭਾਵੇਂ ਅਸੀਂ ਸਰੀਰ ਦਾ ਧਿਆਨ ਨਹੀਂ ਕਰਦੇ, ਲੰਗਰ ਵਿੱਚ ਪਕੌੜੇ ਤਾਂ ਬਾਹਲੇ ਸਵਾਦ ਨਾਲ ਛਕਦੇ ਆ, ਬਰਫੀਆਂ ਹੋਰ ਭਾਰੇ ਭੋਜਨ ਇਹੋ ਜਿਹੇ ਜਿਨ੍ਹਾਂ ਨੂੰ ਖਾ ਖਾ ਕੇ ਸੁਸਤੀ ਪਵੇ ਤੇ ਪੇਟ ਵਧੇ। ਸਾਡਾ ਉਹੋ ਜਿਹਾ ਮਹਾਰਾਜ ਸੰਤ ਸਿਪਾਹੀ ਸਾਜਿਆ ਖਾਲਸਾ, ਤੇ ਇਹੋ ਜਿਹਾ ਖਾਲਸਾ ਥੋੜੋ ਸਾਜਿਆ ਕਿ ਭਾਈ ਖਾ ਖਾ ਕੇ ਪੇਟ ਵਧਾ ਛੱਡੋ। ਤੇ ਮੈਂ ਮੁਆਫ ਕਰਨਾ, ਕੋਈ ਰੋਸ ਨਾਲ ਨਹੀਂ ਕਹਿੰਦਾ, ਪਰ ਸਾਡੇ ਹਾਲ ਜਿਹੜੇ ਆ ਨਾ, ਇਸ ਤਰ੍ਹਾਂ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਆ ਕਿ ਖੁਰਾਕ ਉਸ ਤਰ੍ਹਾਂ ਦੀ ਬਣ ਗਈ ਹੈ ਤੇ ਨਾ ਸਰੀਰਾਂ ਦੇ ਅੰਦਰ ਸਾਡੇ ਕੋਈ ਦਮ ਰਿਹਾ, ਐਕਸਰਸਾਈਜ਼ ਨਹੀਂ ਰਹੀ ਤੇ ਸ਼ਸਤਰਾਂ ਦਾ ਅਭਿਆਸ ਨਹੀਂ ਰਿਹਾ। ਖਾਣੇ ਉਸ ਤਰ੍ਹਾਂ ਦੇ ਸਾਡੇ। ਸੱਚੇ ਪਾਤਸ਼ਾਹ ਜੀ ਲੰਗਰ ਦਾ ਵੀ ਪੂਰਾ ਧਿਆਨ ਰੱਖਦੇ ਕਿ ਲੰਗਰ ਵਿੱਚ ਕੀ ਬਣਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਉਂਕਿ ਫੌਜ ਨੇ ਲੜਨਾ ਹੈ ਤੇ ਉਹਨੂੰ ਜਿਹੜੀ ਆ ਚੰਗੀ ਖੁਰਾਕ ਚਾਹੀਦੀ ਹੈ, ਪੌਸ਼ਟਿਕ ਖੁਰਾਕ ਚਾਹੀਦੀ ਹੈ। ਇਸ ਕਰਕੇ ਮਹਾਰਾਜ ਸਭ ਦੇ ਖਾਣ ਪੀਣ ਦੀ ਸਤਿਗੁਰੂ ਜੀ ਆਪ ਸੁੱਧ ਰੱਖਦੇ ਆ, ਖਬਰ ਰੱਖਦੇ ਆ। ਮੁਖੀ ਸਿੱਖਾਂ ਨੂੰ ਪੁੱਛ ਲੈਂਦੇ ਆ ਕਿ ਭਾਈ ਸਿੱਖੋ ਕੀ ਤੁਹਾਡਾ ਹਾਲ ਹੈ, ਲੰਗਰ ਵਿੱਚ ਕੀ ਛਕਦੇ ਹੋ। ਮਹਾਰਾਜ ਸਭ ਕੁਝ ਧਿਆਨ ਰੱਖਦੇ ਆ। ਲਗੇ ਖਰੀਦਨ ਹੈ ਵੱਡ ਮੋਲ। ਸੱਚੇ ਪਾਤਸ਼ਾਹ ਜੀ ਬਹੁਤੇ ਮੁੱਲ ਵਾਲੇ ਘੋੜੇ ਮਹਾਰਾਜ ਨੇ ਖਰੀਦਣੇ ਫਿਰ ਸ਼ੁਰੂ ਕੀਤੇ, ਕਿਉਂਕਿ ਯੁੱਧ ਵਿੱਚ ਸ਼ਹੀਦ ਹੋ ਗਏ ਨਾ ਬਹੁਤੇ ਸਿੱਖਾਂ ਦੇ ਘੋੜੇ ਵੀ, ਤੇ ਮਹਾਰਾਜ ਘੋੜੇ ਖਰੀਦਣ ਲੱਗੇ ਵਪਾਰੀਆਂ ਕੋਲੋਂ। ਧਾਏ ਅਧਿਕ ਬਲ ਜੁਤ ਅਰ ਲੋਲ। ਤੇ ਬਹੁਤਾ ਸੁੰਦਰ ਹੋਵੇ ਘੋੜਾ ਤੇ ਬਲ ਦੇ ਸਹਿਤ ਦੌੜਨ ਵਾਲਾ ਹੋਵੇ ਘੋੜਾ। ਮਹਾਰਾਜ ਜੀ ਆਲਾ ਨਸਲ ਦੇ ਘੋੜਿਆਂ ਨੂੰ ਸੱਚੇ ਪਾਤਸ਼ਾਹ ਜੀ ਪਸੰਦ ਕਰਦੇ ਆ। ਦੇਤ ਭਏ ਸਿੱਕਨ ਕੇ ਤਰੈ। ਮਹਾਰਾਜ ਖਰੀਦ ਕੇ ਸਿੱਖਾਂ ਨੂੰ ਚੜਨ ਵਾਸਤੇ ਹਜੂਰ ਘੋੜੇ ਸੌਂਪਦੇ ਆ। ਲੈ ਲੈ ਸੁਪਟ ਸਰਾਹਤ ਚਰੈ। ਤੇ ਲੈ ਕੇ ਸਿੱਖ ਸੂਰਮੇ ਘੋੜੇ ਬੜਾ ਸਲਾਉਂਦੇ ਆ ਘੋੜਿਆਂ ਨੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਨਾਲ
ਅਸਵਾਰੀਆਂ ਕਰਦੇ ਐ ਆ ਘੋੜੇ ਨੂੰ ਆਪਣੇ ਅਨੁਸਾਰ ਕਰਦੇ ਐ, ਕਿਉਂਕਿ ਨਵਾਂ ਜਦੋਂ ਵਾਹਨ ਹੋਵੇ ਫਿਰ ਉਹਦੇ ਨਾਲ ਤਾਲਮੇਲ ਬਣਾਉਣਾ ਹੁੰਦਾ ਹੈ। ਯੁੱਧ ਦੇ ਅੰਦਰ ਵਾਗਾਂ ਤੋਂ ਬਿਨਾਂ ਹੀ ਘੋੜੇ ਆਖੇ ਲੱਗਦੇ ਆ। ਇਸ ਤਰ੍ਹਾਂ ਲੈ ਲੈ ਕੇ ਮਹਾਰਾਜ ਕੋਲ ਘੋੜਿਆਂ ਤੇ ਚੜ੍ਹਦੇ ਆ, ਖੁਸ਼ ਹੁੰਦੇ ਆ ਸਿੱਖ। ਬਹੁ ਕੀਮਤ ਕੋ ਹੈ ਨਾ ਪਾਵੈ, ਬਹੁਤ ਵੱਡੀ ਕੀਮਤ ਦਾ ਸੋਹਣਾ ਘੋੜਾ ਮਹਾਰਾਜ ਜੀ ਨੂੰ ਕਿਸੇ ਵੀ ਵਪਾਰੀ ਕੋਲੋਂ ਨਹੀਂ ਪ੍ਰਾਪਤ ਹੋ ਰਿਹਾ। ਜਿਸ ਪਰ ਗੁਰੂ ਚੜ੍ਹੈ ਹਰ ਖਾਵੈ, ਜਿਸ ਘੋੜੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਸਵਾਰ ਹੋਣ ਮਹਾਰਾਜ, ਤੇ ਸਤਿਗੁਰੂ ਜੀ ਖੁਸ਼ ਹੋਣ ਉਸ ਘੋੜੇ ਤੇ ਚੜ੍ਹ ਕੇ। ਇਹੋ ਜਿਹਾ ਘੋੜਾ ਮਹਾਰਾਜ ਜੀ ਨੂੰ ਨਹੀਂ ਲੱਭ ਰਿਹਾ, ਕਿਉਂਕਿ ਸਾਧ ਸੰਗਤ ਜੀ ਭਾਵੇਂ ਕਿ ਆਲਾ ਨਸਲ ਦੇ ਘੋੜੇ ਸੀਗੇ, ਪਰ ਹਜੂਰ ਦੀ ਅਸਵਾਰੀ ਨਾ ਸੀ ਕਰਵਾ ਸਕਦੇ। ਸੱਚੇ ਪਾਤਸ਼ਾਹ ਦੇ ਸਰੀਰ ਦਾ ਡੀਲ ਡੌਲ, ਮਹਾਰਾਜ ਦੇ ਸਰੀਰ ਦਾ ਭਾਰ ਘੋੜਿਆਂ ਤੋਂ ਨਹੀਂ ਸੀ ਚੱਕਿਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਅਸਵਾਰੀ ਕਰਨੀ ਪੈਂਦੀ ਮਜਬੂਰੀ ਖਾਤਰ, ਤੇ ਮਹਾਰਾਜ ਇੱਕ ਕੋਹ ਤੱਕ ਹੀ 5 ਘੋੜੇ ਬਦਲ ਦਿੰਦੇ ਸੀ ਸੱਚੇ ਪਾਤਸ਼ਾਹ। ਇਉਂ ਹਜੂਰ ਦੀ ਅਸਵਾਰੀ ਦਾ ਘੋੜਾ ਜਿਹੜਾ ਹੈ ਨਾ, ਉਹ ਸੋਹਣਾ ਮਹਾਰਾਜ ਨੂੰ ਨਹੀਂ ਲੱਭ ਰਿਹਾ। ਬੜੋ ਚਲਾਕ ਬਲੀ ਤਨ ਹੋਏ, ਮਹਾਰਾਜ ਸੋਚਦੇ ਵੱਡਾ ਚਲਾਕ ਚੰਚਲ ਹੋਵੇ ਤੇ ਸਰੀਰ ਕਰਕੇ ਬੜਾ ਬਲ ਵਾਲਾ ਹੋਵੇ। ਸਤਿਗੁਰ ਭਾਰ ਉਚਾਵੈ ਸੋਏ, ਤੇ ਸਿੱਖ ਵੀ ਸੋਚਦੇ ਕਿ ਐਸਾ ਘੋੜਾ ਸੋਹਣਾ ਲੱਭੇ ਜਿਹੜਾ ਘੋੜਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਭਾਰ ਨੂੰ ਵੀ ਚੱਕ ਸਕਦਾ ਹੋਵੇ, ਗਰੀਬ ਨਵਾਜ਼ ਸਾਹਿਬ ਦੀ ਅਸਵਾਰੀ ਕਰਵਾ ਸਕਦਾ ਹੋਵੇ। ਇੱਕ ਤਾਂ ਬਲ ਜੁਤ ਡੀਲ ਬਸਾਲਾ, ਇੱਕ ਤਾਂ ਬਲ ਦੇ ਸਹਿਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਸਰੀਰ ਦਾ ਡੀਲ ਡੌਲ ਬੜਾ ਵਿਸਥਾਰ ਵਾਲਾ ਹੈ। ਉਡਾਣੀ ਨਗਰ ਚ ਮਹਾਰਾਜ ਜੀ ਦਾ ਚੋਲਾ ਪਿਆ, ਤੇ ਇਤਿਹਾਸ ਕਹਿੰਦਾ ਜਦੋਂ ਹਜੂਰ ਉਹਨਾਂ ਗਲੀਆਂ ਚ ਤੁਰਦੇ ਸੀ, ਦੋਹਾਂ ਪਾਸਿਆਂ ਤੇ ਮਹਾਰਾਜ ਦਾ ਚੋਲਾ ਕੰਧਾਂ ਨਾਲ ਖਹਿੰਦਾ ਸੀ। ਹਜੂਰ ਦੇ ਚੋਲੇ ਦਾ ਏਡਾ ਫਲਾ ਸੀਗਾ। ਮਹਾਰਾਜ ਦੀਆਂ ਭੁਜਾਵਾਂ ਗੋਡਿਆਂ ਤੋਂ ਲੰਬੀਆਂ ਸੀ, ਗੱਜ ਚੌੜੀ ਛਾਤੀ ਸੀ, 7 ਫੁੱਟ ਤੋਂ ਉੱਪਰ ਮਹਾਰਾਜ ਦਾ ਕੱਦ ਇਤਿਹਾਸ ਨੇ ਕਿਹਾ। ਐਡਾ ਵੱਡਾ ਸਰੀਰ ਦਾ ਡੀਲ ਡੌਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ। ਸਿੱਖ ਸੋਚਦੇ ਐ ਮਹਾਰਾਜ ਦੀ ਸਵਾਰੀ ਦਾ ਸੋਹਣਾ ਬਲ ਵਾਲਾ ਘੋੜਾ ਚਾਹੀਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੀਰ ਦੇ ਡੀਲ ਡੌਲ ਦੀ ਬਾਬਤ ਦੱਸਦੇ ਕਵਿਰਾਜ ਕੇ ਬੜੇ ਵਿਸਤਾਰ ਦੇ ਸਹਿਤ ਹੈ। ਦੁਤੀਆ ਅਰੂਢਨ ਤੇਜ ਕਿਰਪਾਲਾ, ਦੂਸਰਾ ਸਤਿਗੁਰੂ ਜੀ ਦਾ ਸੁਭਾਅ ਵੀ ਹੈ ਕਿ ਮਹਾਰਾਜ ਤੇਜ ਤਰਾਰ ਘੋੜੇ ਤੇ ਸਵਾਰ ਹੁੰਦੇ। ਠੰਡੇ ਘੋੜੇ ਤੇ ਮਹਾਰਾਜ ਸਵਾਰ ਨਹੀਂ ਹੁੰਦੇ, ਜਿਹੜਾ ਨਖਰਾ ਕਰੇ, ਚੰਚਲ ਹੋਵੇ, ਬਲ ਦੇ ਸਹਿਤ ਉਛਲੇ। ਇਹ ਸਤਿਗੁਰੂ ਜੀ ਦਾ ਸੁਭਾਅ ਹੈ, ਮਹਾਰਾਜ ਜੀ ਦਾ ਸ਼ੌਂਕ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਬਲ ਵਾਲੇ ਘੋੜੇ ਤੇ ਸਵਾਰ ਹੁੰਦੇ, ਜਿਹੜਾ ਬੜਾ ਹੀ ਚੰਚਲ ਹੋਵੇ। ਨਹਿ ਪਸੰਦ ਮੈਂ ਕੋ ਹੈ ਆਵੈ, ਸਤਿਗੁਰੂ ਜੀ ਦੀ ਪਸੰਦ ਵਿੱਚ ਕੋਈ ਵੀ ਘੋੜਾ ਜਿਹੜਾ ਨਹੀਂ ਆ ਰਿਹਾ। ਬੜੇ ਦੂਰੋਂ ਦੂਰੋਂ ਵਪਾਰੀ ਲੈ ਲੈ ਕੇ ਆਉਂਦੇ ਆ, ਮਹਾਰਾਜ ਜੀ ਖਰੀਦਦੇ ਆ ਸਿੱਖਾਂ ਦੇ ਚੜ੍ਹਨ ਵਾਸਤੇ, ਪਰ ਹਜੂਰ ਨੂੰ ਆਪਣੀ ਸਵਾਰੀ ਵਾਸਤੇ ਘੋੜਾ ਕੋਈ ਪਸੰਦ ਨਹੀਂ ਵਪਾਰੀਆਂ ਕੋਲੋਂ ਆ ਰਿਹਾ। ਗੁਰ ਅਸਵਾਰੀ ਜੋ ਨਿਭਾਵੈ, ਐਸਾ ਕੋਈ ਸੁੰਦਰ ਘੋੜਾ ਹੋਵੇ ਜਿਹੜਾ ਸਤਿਗੁਰੂ ਜੀ ਦੀ ਅਸਵਾਰੀ ਦੇ ਵਾਸਤੇ ਕੰਮ ਆਵੇ। ਸਿਮਰਤ ਹੈ ਨਿਤ ਪ੍ਰਥਮ ਤਰੰਗ, ਮਹਾਰਾਜ ਆਪਣੇ ਪਹਿਲੇ ਘੋੜੇ ਨੂੰ ਸੱਚੇ ਪਾਤਸ਼ਾਹ ਸਿੱਖਾਂ ਨਾਲ ਬਚਨ ਕਰਦੇ, ਹਜੂਰ ਚੇਤੇ ਕਰਦੇ ਆ। ਗੁਣ ਗਨ ਸਰਬ ਹੁ ਤੇਜਸ ਅੰਗ, ਮਹਾਰਾਜ ਦੇ ਉਸ ਘੋੜੇ ਵਿੱਚ ਸਾਰੇ ਗੁਣ ਸੀਗੇ। ਮਹਾਰਾਜ ਕਹਿੰਦੇ ਸਿੱਖੋ, ਸਾਡੇ ਉਸ ਸੁਹੇਲੇ ਘੋੜੇ ਵਿੱਚ ਹਰੇਕ ਅੰਗ ਵਿੱਚ ਸਾਰੇ ਗੁਣ ਮਹਾਰਾਜ ਕਹਿੰਦੇ ਭਰੇ ਹੋਏ ਸੀਗੇ। ਲਾਉਪੁਰ ਤੇ ਬੋ ਕਰੇ ਉਪਾਏ, ਲਾਹੌਰ ਤੋਂ ਬੜਾ ਉਪਾਅ ਯਤਨ ਕਰਕੇ ਤਬ ਤੇ ਹਮ ਲਿਆਏ ਹਰ ਖਾਏ। ਤਦੋਂ ਤੋਂ ਇਹ ਲਿਆਂਦਾ ਸੀ ਘੋੜਾ, ਤੇ ਬੜੇ ਪ੍ਰਸੰਨ ਹੋ ਕਰਕੇ ਮਹਾਰਾਜ ਕਹਿੰਦੇ ਸਵਾਰੀ ਕਰਦੇ ਰਹੇ। ਇਹ ਉਹੋ ਹੀ ਘੋੜਾ ਹੈ ਜਿਹੜਾ ਬਾਬਾ ਬਿਧੀ ਚੰਦ ਜੀ ਨੇ ਕੱਢੇ ਸੀ। ਸਾਧ ਸੰਗਤ ਜੀ 2 ਘੋੜੇ, ਇੱਕ ਘਾਰੀ ਬਣ ਕੇ ਬਿਧੀ ਚੰਦ ਜੀ ਲੈ ਕੇ ਆਏ ਸੀ, ਤੇ ਦੂਜਾ ਘੋੜਾ ਨਜੂਮੀ ਬਣ ਕੇ ਲੈ ਕੇ ਆਏ ਸੀ। ਤੇ ਸਾਹਮਣੇ ਖਲੋ ਕਰਕੇ ਉਸ ਕਿਲੇ ਦੀ ਕੰਧ ਨੂੰ ਮੈਂ ਤੱਕਿਆ, ਲਾਹੌਰ ਦਾ ਉਹ ਸ਼ਾਹੀ ਕਿਲਾ। ਸਾਧ ਸੰਗਤ ਜੀ ਉੱਚੀ ਅਟਾਰੀ ਵਾਂਗ ਕੰਧ ਹੈ, ਜਿੱਥੋਂ ਬਾਬਾ ਬਿਧੀ ਚੰਦ ਜੀ ਨੇ ਜਦੋਂ ਘੋੜੇ ਤੇ ਸਵਾਰ ਹੋਣ ਲੱਗੇ ਸੀ ਨਾ, ਸਾਡੇ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਕੇ ਨਮਸਕਾਰ ਕੀਤੀ, ਆਖਿਆ ਸੱਚੇ ਪਾਤਸ਼ਾਹ ਘੋੜੇ ਤੋਂ ਉੱਤੇ ਚੜੇ ਤੋਂ ਬਿਨਾਂ ਘੋੜਾ ਨਹੀਂ ਆਉਣਾ। ਇਹ ਮਹਾਰਾਜ ਆਪ ਜੀ ਤੋਂ ਪਹਿਲਾਂ ਮੈਂ ਇਸ ਘੋੜੇ ਉੱਤੇ ਸਵਾਰ ਹੋਣ ਲੱਗਿਆ, ਮੈਨੂੰ ਮਾਫ ਕਰ ਦਿਓ। ਤੇ ਮੈਂ ਮਹਾਰਾਜ 5 ਰੁਪਏ ਦੀ ਅਰਦਾਸ ਦੇ ਕਰਾਉਂਗਾ, ਆਪ ਇਸ ਕਾਰਜ ਵਿੱਚ ਮੈਨੂੰ ਸਫਲਤਾ ਬਖਸ਼ੋ। ਕਦਾ ਸਿੱਖ ਮਾਣ ਨਹੀਂ ਸੀ ਕਰਿਆ ਕਰਦੇ,
ਸਦਾ ਸਤਿਗੁਰੂ ਦਾ ਓਟ ਆਸਰਾ ਰੱਖਦੇ। ਦੂਸਰਾ ਘੋੜਾ ਬਿਧੀ ਚੰਦ ਜੀ ਨੇ ਦੱਸ ਕੇ ਉਸ ਕੰਧ ਤੋਂ ਛਾਲ ਭਰਵਾਈ ਸੀਗੀ ਤੇ ਸਾਧ ਸੰਗਤ ਜੀ ਐਡਾ ਬਲੀ ਘੋੜਾ ਸੀਗਾ। ਬਿਧੀ ਚੰਦ ਜੀ ਨੇ ਜਦੋਂ ਉਸ ਘੋੜੇ ਨੂੰ ਛਾਂਟਾ ਮਾਰਿਆ ਨਾ ਤੇ ਉਸ ਸਮੇਂ ਆਦਮ ਕੱਦ ਵਾਂਗੂ ਘੋੜਾ ਸੀਖ ਪੌੜ ਹੋ ਕਰਕੇ ਚਾਰਾਂ ਪੌੜਾਂ ਨੂੰ ਇਕੱਠਿਆਂ ਚੱਕ ਕੇ ਛਾਲ ਭਰੀ ਤੇ ਕੰਧ ਟੱਪ ਕੇ ਰਾਵੀ ਵਿੱਚ ਜਾ ਡਿੱਗਿਆ ਸੀਗਾ। ਉਹ ਹੀ ਘੋੜਾ ਜਦੋਂ ਮਹਾਰਾਜ ਦੇ ਸਾਹਮਣੇ ਬਿਧੀ ਚੰਦ ਜੀ ਲੈ ਕੇ ਆਏ ਸੀ ਤੇ ਸਤਿਗੁਰੂ ਜੀ ਨੇ ਤਖਤ ਤੋਂ ਉੱਠ ਕੇ ਕਿਹਾ ਸੀ, ਬਿਧੀਆ ਛੀਨਾ ਗੁਰੂ ਕਾ ਸੀਨਾ। ਇਹ ਖਿਤਾਬ ਦਿੱਤਾ ਸੀ। ਕੇਵਲ ਤੇ ਕੇਵਲ ਇਹ ਵਰ ਬਿਧੀ ਚੰਦ ਜੀ ਨੂੰ ਹੀ ਪ੍ਰਾਪਤ ਹੋਇਆ। ਹਜੂਰ ਕਹਿੰਦੇ ਉਹ ਘੋੜਾ ਬੜੇ ਯਤਨਾਂ ਨਾਲ ਸਾਡੇ ਸਿੱਖ ਨੇ ਲਿਆਂਦਾ ਸੀਗਾ। ਬਿਧੀ ਚੰਦ ਨੇ ਮਹਾਰਾਜ ਚੇਤੇ ਕਰਦੇ ਉਹ ਸੁਹੇਲੇ ਘੋੜੇ ਦੇ ਗੁਣ ਚੇਤੇ ਕਰਦੇ ਆ। ਮਹਾਰਾਜ ਗਰੀਬ ਨਵਾਜ ਕਹਿੰਦੇ ਉਹੋ ਜਿਹਾ ਘੋੜਾ ਸਾਨੂੰ ਕਿਤੇ ਪ੍ਰਾਪਤ ਹੋਵੇ। ਚਿਰੰਕਾਲ ਦੀਨਸ ਅਸਵਾਰੀ, ਬੜਾ ਚਿਰ ਕਾਲ ਸਮਾਂ ਸਾਡੀ ਅਸਵਾਰੀ ਲਈ ਉਹ ਸੇਵਾ ਕੀਤੀ। ਲਗੇ ਘਾਵ ਗਨ ਮ੍ਰਿਤ ਕੋ ਤਾਰੀ, ਬਹੁਤੇ ਘਾਵ ਜ਼ਖਮ ਖਾ ਕਰਕੇ ਘੋੜਾ ਯੁੱਧ ਵਿੱਚ ਸ਼ਹੀਦ ਹੋ ਗਿਆ। ਸਭ ਮੈਂ ਕਹਿ ਕਹਿ ਬਾਕ ਸੁਣਾਵੈਂ, ਸਾਰਿਆਂ ਵਿੱਚ ਕਹਿ ਕਹਿ ਕੇ ਸੱਚੇ ਪਾਤਸ਼ਾਹ ਘੋੜੇ ਦੇ ਬਚਨ ਸੁਣਾਉਂਦੇ ਆ, ਘੋੜੇ ਦੀਆਂ ਗੱਲਾਂ ਹਜੂਰ ਕਰਦੇ ਆ। ਬਲੀ ਤਰੰਗ ਕਹੂੰ ਜੇ ਪਾਵੈਂ, ਮਹਾਰਾਜ ਕਹਿੰਦੇ ਜੇ ਕਿਤੇ ਬਲੀ ਇਹੋ ਜਿਹਾ ਘੋੜਾ ਪ੍ਰਾਪਤ ਹੋਵੇ। ਮੁਖ ਮੰਗਿਓ ਧਨ ਦੇਵਨ ਕਰੈ, ਮੂੰਹ ਮੰਗਿਆ ਧਨ ਉਸ ਵਪਾਰੀ ਨੂੰ ਦੇ ਦੇਵਾਂਗੇ। ਅਪਰ ਖੁਸ਼ੀ ਹਮ ਤਿਸ ਪਰ ਧਰੈ, ਹੋਰ ਵੀ ਉਸ ਦੇ ਉੱਤੇ ਖੁਸ਼ੀ ਕਰਾਂਗੇ। ਮੂੰਹ ਮੰਗਿਆ ਧਨ ਨਹੀਂ ਦੇਵਾਂਗੇ, ਹੋਰ ਵੀ ਮਹਾਰਾਜ ਕਹਿੰਦੇ ਖੁਸ਼ੀ ਕਰਾਂਗੇ। ਹਜੂਰ ਵਪਾਰੀਆਂ ਨੂੰ ਕਹਿੰਦੇ ਆ ਜੇ ਕਿਤੇ ਇਹੋ ਜਿਹਾ ਘੋੜਾ ਮਿਲ ਜਾਵੇ। ਨਿਕਟ ਨਾ ਪਈਅਤ ਹੈ ਤਿਸ ਦੇਸ, ਉਸ ਦੇਸ਼ ਵਿੱਚ ਨੇੜੇ ਨੇੜੇ ਕਿਤੇ ਵੀ ਇਹੋ ਜਿਹਾ ਘੋੜਾ ਜਿਹੜਾ ਉਹ ਨਹੀਂ ਪਾਇਆ ਜਾਂਦਾ। ਕਹਾਂ ਬਤਾਵੈ ਕੋ ਅਸ ਬੇਸ, ਤੇ ਕੌਣ ਵਿਖਾਵੇ ਹੁਣ ਇਹੋ ਜੇ ਬੇਸ ਵਾਲਾ, ਸੋਹਣੇ ਅੰਗਾਂ ਵਾਲਾ, ਬਲ ਵਾਲਾ ਘੋੜਾ ਜਿਹੜਾ ਹੁਣ ਇਹੋ ਜੇ ਭੇਖ ਵਾਲਾ, ਇਹੋ ਇਸ ਤਰ੍ਹਾਂ ਦਾ ਘੋੜਾ ਹੁਣ ਕੌਣ ਦੱਸੇ। ਮਹਾਰਾਜ ਜੀ ਇਉਂ ਸੋਚਦੇ ਆ ਕਿ ਦੱਸ ਪਾਵੇ ਕੋਈ। ਅਪਰ ਸੁਪਟ ਸਿੱਖ ਰਹਿਣ ਜੋ ਇਹ, ਹੋਰ ਜਿਹੜੇ ਸੂਰਬੀਰ ਸਿੱਖ ਮਹਾਰਾਜ ਦੇ ਕੋਲ ਰਹਿਣ ਵਾਸਤੇ ਆਉਂਦੇ, ਫੌਜ ਵਿੱਚ ਭਰਤੀ ਹੋਣ ਵਾਸਤੇ ਆਉਂਦੇ ਆ, ਤਿਨ ਕੋ ਸਤਿਗੁਰ ਰਾਖਤ ਜੈ ਹੈ। ਮਹਾਰਾਜ ਉਹਨਾਂ ਸਿੱਖਾਂ ਨੂੰ ਵੀ ਫੌਜ ਵਿੱਚ ਸੱਚੇ ਪਾਤਸ਼ਾਹ ਭਰਤੀ ਕਰਦੇ ਜਾਂਦੇ ਆ। ਇਮਹੀ ਕਿਤਕ ਕਾਲ ਜਬ ਬੀਤਾ, ਇਸ ਤਰ੍ਹਾਂ ਜਦੋਂ ਸਾਧ ਸੰਗਤ ਜੀ ਕਿੰਨਾ ਕੁ ਸਮਾਂ ਬਤੀਤ ਹੋਇਆ ਏ। ਹੈ ਕੋ ਚਾਹਤ ਚੀਤ ਸੁਨੀਤਾ, ਮਹਾਰਾਜ ਆਪਣੇ ਚਿੱਤ ਵਿੱਚ ਨਿਤਾ ਪ੍ਰਤੀ ਇਹ ਹਜੂਰ ਸੋਚਦੇ ਆ ਕਿ ਘੋੜਾ ਸਾਨੂੰ ਚੰਗਾ ਸੋਹਣਾ ਬਲੀ ਜਿਹੜਾ ਸਵਾਰੀ ਵਾਸਤੇ ਪ੍ਰਾਪਤ ਹੋਵੇ। ਪਸ਼ਚਮ ਦੇਸ ਸੰਗਤ ਸਮੁਦਾਈ, ਸਾਧ ਸੰਗਤ ਜੀ ਫਿਰ ਪਸ਼ਚਮ ਦੀ ਦਿਸ਼ਾ ਦੀ ਸਾਰੀ ਜਿਹੜੀ ਸੰਗਤ ਸੀਗੀ, ਗੁਰ ਦਰਸ਼ਨ ਹਿਤ ਵੀ ਇਕਠਾਈ, ਗੁਰੂ ਮਹਾਰਾਜ ਜੀ ਦਾ ਦਰਸ਼ਨ ਕਰਨ ਵਾਸਤੇ ਆਪਣੀ ਧਰਮਸ਼ਾਲਾ ਵਿੱਚ ਇੱਕ ਥਾਂ ਤੇ ਸੰਗਤਾਂ ਇਕੱਠੀਆਂ ਹੋਈਆਂ। ਇਸ ਸੰਗਤ ਮੈਂ ਸਿੱਖ ਸੁਭਾਗਾ, ਸ੍ਰੇਸ਼ਟ ਭਾਗਾਂ ਵਾਲਾ ਇੱਕ ਸਿੱਖ ਹੈ ਇਸ ਪਸ਼ਚਮ ਦੀ ਸੰਗਤ ਦੇ ਅੰਦਰ। ਧਨੀ ਬੜੋ ਅਰ ਨਾਮ ਸੁਭਾਗਾ, ਬੜਾ ਅਮੀਰ ਵੈ, ਇਹਦਾ ਨਾਮ ਵੀ ਭਾਈ ਸੁਭਾਗਾ ਹੀ ਹੈ। ਸ੍ਰੇਸ਼ਟ ਭਾਗਾਂ ਵਾਲਾ ਏ ਤੇ ਨਾਮ ਵੀ ਇਹਦਾ ਭਾਈ ਸੁਭਾਗਾ ਏ। ਗੁਰ ਕੀ ਕਾਰ ਸਕੇਲਨ ਕਰਕੇ, ਸਤਿਗੁਰੂ ਜੀ ਦੀ ਕਾਰ ਭੇਟਾ ਇਸਨੇ ਇਕੱਠੀ ਕਰਕੇ। ਹਾਈ ਲੀਨੇ ਗੁਰ ਖੁਸ਼ੀ ਵਿਚਰਕੈ, ਮਹਾਰਾਜ ਦੀ ਖੁਸ਼ੀ ਹੋਊਗੀ ਇਹਨੇ ਇਹ ਵਿਚਾਰਿਆ ਤੇ ਇਹਨੇ ਘੋੜੇ ਜਿਹੜੇ ਸੀ ਨਾ ਫਿਰ ਆਲਾ ਨਸਲ ਦੇ ਘੋੜੇ ਖਰੀਦਣਾ ਕੀਤੇ। ਲੱਖ ਲੱਖ ਕੀ ਕੀਮਤ ਭਾਰੇ, ਸਾਧ ਸੰਗਤ ਜੀ 5 ਘੋੜੇ ਖਰੀਦੇ ਆ ਭਾਈ ਸੁਭਾਗੇ ਨੇ। 1-1 ਲੱਖ ਦੀ ਕੀਮਤ ਹੈ ਉਹਨਾਂ ਸਮਿਆਂ 'ਚ। 1 ਲੱਖ ਘੋੜੇ ਦੀ ਕੀਮਤ ਹੈ ਤੇ ਸੋਹਣੇ ਸੁੰਦਰ ਘੋੜੇ ਜਿਹੜੇ ਆ ਭਾਈ ਸੁਭਾਗੇ ਨੇ ਖਰੀਦੇ ਆ। ਪੰਜ ਤੁਰੰਗ ਲੀਏ ਬਲ ਭਾਰੇ, ਬਹੁਤ ਬਲ ਵਾਲੇ ਘੋੜੇ ਜਿਹੜੇ ਆ 5 ਇਹ ਲੈ ਲੈਣਾ ਕੀਤੇ। ਲੋਕ ਹਜ਼ਾਰਾਂ ਸੰਗਤ ਜਾਨ, ਹਜ਼ਾਰਾਂ ਸੰਗਤ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀ ਹੋਈ ਹੈ। ਉਹਨੇ ਜਾਣਿਆ ਕਿ ਇਹ ਸਾਰੀ ਸੰਗਤ ਮਹਾਰਾਜ ਜੀ ਦਾ ਦਰਸ਼ਨ ਕਰਨ ਚੱਲੀ ਹੈ। ਮਿਲ ਤਿਨ ਮੈਂ ਤਵ ਕੀਨ ਪਿਆਨ, ਸੰਗਤ ਦੇ ਕਾਫਲੇ ਵਿੱਚ ਮਿਲ ਕਰਕੇ ਭਾਈ ਸੁਭਾਗੇ ਨੇ ਪਿਆਨਾ ਕੀਤਾ, ਚੱਲਣਾ ਕੀਤਾ। ਕਿਉਂਕਿ ਪਹਿਲਾਂ ਲੋਕ ਇਕੱਲੇ ਸਫ਼ਰ ਕਰਨ ਤੋਂ ਗੁਰੇਜ਼ ਕਰਦੇ ਹੁੰਦੇ ਸੀ, ਕਾਫਲਿਆਂ ਨਾਲ ਤੁਰਿਆ ਕਰਦੇ ਸੀ ਕਿ ਨਾਲੇ ਥੋੜਾ ਸਾਧ ਸੰਗਤ ਜੀ ਫਿਰ ਡਾਕੂਆਂ ਚੋਰਾਂ ਤੋਂ ਵੀ ਬਚਾ ਰਹਿੰਦਾ ਸੀ। ਭਾਈ ਸੁਭਾਗਾ ਜੀ ਸੰਗਤ ਦੇ ਕਾਫਲੇ ਵਿੱਚ ਕਿ ਮਹਾਰਾਜ ਜੀ ਦਾ ਦਰਸ਼ਨ ਕਰਨ ਚੱਲੀ ਹੈ ਸੰਗਤ, ਹੁਣ ਮੌਕਾ ਹੈ ਨਾਲੇ ਦਰਸ਼ਨ ਕਰ ਆਈਏ ਨਾਲੇ ਭੇਟ ਮਹਾਰਾਜ ਨੂੰ ਚੜਾ ਆਈਏ।
ਸੰਗਤ ਦੇ ਕਾਫਲੇ ਵਿੱਚ ਨਾਲ ਹੀ ਰਲ ਗਏ ਆ। ਬਹੁ ਬਿਦ ਤੇ ਕਰ ਕਰ ਚਤੁਰਾਈ, ਬਹੁਤ ਤਰੀਕਿਆਂ ਨਾਲ ਚਲਾਕੀ ਕਰਦੇ ਹੋਏ ਚਤੁਰਾਈ ਦੇ ਨਾਲ ਤੁਰਕਨ ਤੇ ਨਿਤ ਲੇਤ ਛਪਾਈ। ਤੁਰਕਾਂ ਦੇ ਕੋਲੋਂ ਕਿ ਕਿਤੇ ਘੋੜੇ ਤੁਰਕ ਵੇਖ ਨਾ ਲੈਣ। ਵੇਖੋ ਇਹੋ ਜਿਹਾ ਸਾਧ ਸੰਗਤ ਜੀ ਉਸ ਸਮੇਂ ਜ਼ਾਲਮਾਨਾ ਰਾਜ ਸੀਗਾ ਕਿ ਕਿਸੇ ਦੀ ਚੀਜ਼ ਧੱਕੇ ਨਾਲ ਹੀ ਖੋਹ ਲੈਂਦੇ ਸੀ। ਸਿੱਖ ਨੇ ਬੜੀ ਚਤੁਰਾਈ ਨਾਲ ਘੋੜਿਆਂ ਨੂੰ ਛਪਾ ਕੇ ਸੰਗਤ ਦੇ ਵਿੱਚ ਰੱਖ ਕੇ ਜਦੋਂ ਕਾਫਲਾ ਤੁਰਦਾ ਸੀ ਤੇ ਉਹਨਾਂ ਨੂੰ ਮੈਲੇ ਕੁਚੈਲੇ ਝੁੱਲ ਪਾ ਕੇ ਉੱਤੋਂ ਕਿ ਇਹਨਾਂ ਦਾ ਰੰਗ, ਇਹਨਾਂ ਦੀ ਸੋਭਾ ਕਿਤੇ ਬਾਹਰ ਨਾ ਦਿਸੇ, ਇਉਂ ਬੜੀ ਚਲਾਕੀ ਨਾਲ ਭਾਈ ਸੁਭਾਗਾ ਜੀ ਘੋੜਿਆਂ ਨੂੰ ਲੁਕਾ ਲਿਆਉਂਦੇ ਆ। ਸੇਵਾ ਕਰਤ ਅਨੇਕ ਪ੍ਰਕਾਰ, ਅਨੇਕਾਂ ਪ੍ਰਕਾਰ ਸੇਵਾ ਕਰਦੇ ਆ। ਹੋਰ ਵੀ ਸਿੱਖ ਨਾਲ ਮਦਦ ਕਰਦੇ ਆ, ਘੋੜਿਆਂ ਦੀ ਸੇਵਾ ਵਿੱਚ ਨਾਲ ਲੱਗਦੇ ਆ। ਆਏ ਪਹੁੰਚੇ ਗੁਰ ਦਰਬਾਰ, ਆ ਕੇ ਪਹੁੰਚ ਗਈ ਸਾਰੀ ਸੰਗਤ ਗੁਰੂ ਦਰਬਾਰ ਸ੍ਰੀ ਹਰਗੋਬਿੰਦਪੁਰ ਨਗਰ ਦੇ ਅੰਦਰ। ਨਿਸਾ ਭਈ ਲਖ ਦਰਸੇ ਨਾਹੀ, ਰਾਤ ਹੋ ਗਈ ਸੀ ਜਦੋਂ ਸਿੱਖ ਆਏ ਤੇ ਸੋਚਿਆ ਹੁਣ ਰਾਤ ਹੋ ਗਈ, ਹੁਣ ਤਾਂ ਮਹਾਰਾਜ ਜੀ ਬਰਾਜ ਗਏ ਹੋਣਗੇ ਨਾ, ਮਹਾਰਾਜ ਤਖਤ ਤੋਂ ਉੱਠ ਪਏ ਹੋਣਗੇ, ਇਸ ਕਰਕੇ ਦਰਸ਼ਨਾਂ ਨੂੰ ਨਹੀਂ ਆਏ। ਡੇਰਾ ਕਰਤ ਭੈਪੁਰ ਮਾਹੀ, ਉਸ ਨਗਰ ਵਿੱਚ ਹੀ ਜਿਹੜੇ ਸੀ ਸਿੱਖਾਂ ਨੇ ਡੇਰਾ ਕਰ ਲਿਆ, ਆਪੋ ਆਪਣੇ ਤੰਬੂ ਸਭ ਨੇ ਲਾ ਲਏ। ਭਈ ਪ੍ਰਭਾਤ ਲੱਗਿਓ ਦੀਵਾਨ, ਜਦੋਂ ਵੱਡਾ ਅੰਮ੍ਰਿਤ ਵੇਲਾ ਹੋਇਆ ਸਤਿਗੁਰੂ ਜੀ ਦਾ ਦੀਵਾਨ ਲੱਗਾ ਹੈ। ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋ ਗਿਆ। ਦਈ ਮੇਵੜੇ ਤਬ ਸੁਧ ਆਨ, ਜਦੋਂ ਆਸਾ ਦੀ ਵਾਰ ਦੇ ਭੋਗ ਦਾ ਸਮਾਂ ਸੀਗਾ, ਮੇਵੜੇ ਅਰਦਾਸੀਏ ਨੇ ਸੰਗਤਾਂ ਦੇ ਪਏ ਹੋਏ ਡੇਰੇ ਜਾਣ ਕਰਕੇ ਆ ਕੇ ਸੰਗਤਾਂ ਨੂੰ ਖਬਰ ਦਿੱਤੀ ਅਬ ਦਰਸ਼ਨ ਕੋ ਸਮਝ ਨੀਜੈ। ਕਿ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦਾ ਹੁਣ ਸਮਾਂ ਜੇ। ਹਜੂਰ ਤਖਤ ਤੇ ਆ ਕਰਕੇ ਸੋਭ ਗਏ ਆ, ਮਹਾਰਾਜ ਬੈਠ ਗਏ ਆ ਤਖਤ ਤੇ ਆ ਕਰਕੇ, ਆਓ ਮਹਾਰਾਜ ਜੀ ਦਾ ਦਰਸ਼ਨ ਪਾ ਲਓ। ਸ੍ਰੀ ਸਤਿਗੁਰ ਤੇ ਖੁਸ਼ੀ ਸੋ ਲੀਜੈ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੋਂ ਖੁਸ਼ੀ ਲੈਣਾ ਕਰੋ। ਲੈ ਲੈ ਸੰਗਤ ਸਭ ਉਪਹਾਰ, ਆਪੋ ਆਪਣੇ ਉਪਹਾਰ ਭੇਟਾਵਾਂ ਲੈ ਕਰਕੇ, ਜਿਹੋ ਜੀ ਸਿੱਖ ਕੋਈ ਮਨ ਤੋਂ ਸ਼ਰਧਾ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਸਤੇ ਉਪਹਾਰ ਲੈ ਕੇ ਆਏ ਐ। ਆਪੋ ਆਪਣੀਆਂ ਭੇਟਾਵਾਂ ਲੈ ਕੇ ਸਿੱਖ ਤਿਆਰ ਹੋ ਕੇ ਤੁਰੇ ਆ। ਭੂਖਨ ਬਸਤਰ ਅਨੇਕ ਪ੍ਰਕਾਰ, ਵੇਖੋ ਸਿੱਖਾਂ ਦੀ ਸ਼ਰਧਾ, ਕਿਸੇ ਸੋਨੇ ਦੇ ਗਹਿਣੇ ਲਏ, ਕਿਸੇ ਪਸ਼ਮੀਨੇ ਦੇ ਵਸਤਰ ਲਏ ਹੋਏ ਐ। ਸੋ ਸਾਰੀਆਂ ਭੇਟਾਵਾਂ ਆਪੋ ਆਪਣੀਆਂ ਲੈ ਕੇ ਮਹਾਰਾਜ ਦੇ ਦਰਸ਼ਨਾਂ ਨੂੰ ਸਿੱਖ ਚੱਲ ਪਏ ਆ। ਸ਼ਸਤਰ ਤਰੰਗ ਦਰਬ ਸਮੁਦਾਈ, ਕਈਆਂ ਨੇ ਧਾਨੀ ਬੜਾ ਲਿਆਂਦਾ ਮੋਹਰਾਂ, ਕਿਸੇ ਨੇ ਸੋਹਣੇ ਸ਼ਸਤਰ ਲਿਆਂਦੇ ਐ ਤੇ ਕੋਈ ਸਿੱਖ ਵਿੱਚ ਟਾਵਾਂ ਹੋਰ ਵੀ ਘੋੜਾ ਵੀ ਲੈ ਕੇ ਆਇਆ। ਭਾਈ ਸੁਭਾਗਾ ਤਾਂ ਆਲਾ ਨਸਲ ਦੇ ਘੋੜੇ ਲੈ ਕੇ ਆਇਆ ਏ। ਧਰ ਧਰ ਭਾਉ ਹਿਰਦੇ ਅਧਿਕਾਈ, ਤੇ ਹਿਰਦੇ ਵਿੱਚ ਬਹੁਤ ਜ਼ਿਆਦਾ ਭਾਉ ਪ੍ਰੇਮ ਧਰ ਕੇ ਮਹਾਰਾਜ ਜੀ ਨੂੰ ਇਹ ਨਹੀਂ ਸਿੱਖ ਭੇਟਾ ਅੱਜ ਕੋਈ ਕਰੇ ਤੇ ਮਨ 'ਚ ਇਹ ਸੋਚਦੇ ਆ ਕਿ ਮੈਂ ਬੜਾ ਉਪਕਾਰ ਜਿਵੇਂ ਕਰਨ ਲੱਗਾ ਹੁੰਨਾ। ਨਹੀਂ, ਸਿੱਖ ਮਨ ਦੇ ਅੰਦਰ ਬਹੁਤ ਭਾਉ ਧਾਰਦੇ ਆ, ਮਹਾਰਾਜ ਜੀ ਸਾਡੀ ਭੇਟਾ ਪ੍ਰਵਾਨ ਕਰਿਆ ਜੇ, ਸੱਚੇ ਪਾਤਸ਼ਾਹ ਸਾਨੂੰ ਸਿੱਖੀ ਦਿਆ ਜੇ। ਇਹ ਸਿੱਖਾਂ ਦੇ ਅੰਦਰ ਭਾਵਨਾ ਏ, ਸ਼ਰਧਾ ਏ। ਜਾਏ ਗੁਰੂ ਕੋ ਦਰਸ਼ਨ ਕੀਨਾ, ਜਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ ਏ। ਜਿਵੇਂ ਪਿਆਸੇ ਨੂੰ ਸਾਧ ਸੰਗਤ ਜੀ ਪਾਣੀ ਮਿਲਦਾ ਨਾ, ਉਹ ਮਹਾਰਾਜ ਦਾ ਦਰਸ਼ਨ ਹੋਇਆ। ਪਿਆਸੇ ਨੇਤਰਾਂ ਦੀ ਪਿਆਸ ਬੁੱਝੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛਬੀਲੇ ਨੇਤਰ ਵੇਖੇ, ਮਹਾਰਾਜ ਜੀ ਦਾ ਦਗਦਾ ਹੋਇਆ ਮਸਤਕ ਵੇਖਿਆ। ਹਜੂਰ ਦਾ ਦਰਸ਼ਨ ਵੇਖ ਕੇ ਸਿੱਖਾਂ ਦੀਆਂ ਭੁੱਖਾਂ ਲੱਥ ਗਈਆਂ, ਠੰਡ ਪੈ ਗਈ ਮਹਾਰਾਜ ਦਾ ਦਰਸ਼ਨ ਵੇਖ ਕਰਕੇ। ਬੈਠੇ ਤਖਤ ਸੁਬਤ ਬਲ ਪੀਨ, ਬਹੁਤ ਬਲ ਪੂਰਵਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀਰ ਆਸਣ ਲਾਈ ਸਤਿਗੁਰੂ ਤਖਤ ਤੇ ਬੈਠੇ ਐ। ਵੱਡਾ ਸ਼ਰੀਰ ਦਾ ਢੀਲ ਡੌਲ ਸਿੱਖਾਂ ਨੇ ਦਰਸ਼ਨ ਵੇਖਿਆ ਏ। ਬਾਰ ਬਾਰ ਸਿਰ ਚਮਰ ਢੁਰੈ, ਸਤਿਗੁਰੂ ਜੀ ਦੇ ਸੀਸ ਤੇ ਵੱਡਾ ਚੌਰ ਸਾਹਿਬ ਹੋ ਰਿਹਾ, ਬਾਰ ਬਾਰ ਕਦੇ ਚੌਰ ਇੱਧਰ ਨੂੰ ਆਉਂਦਾ, ਕਦੇ ਉੱਧਰ ਨੂੰ ਜਾਂਦਾ। ਮਹਾਰਾਜ ਦੇ ਸ਼ੀਸ਼ ਤੇ ਚੌਰ ਪਿਆ ਹੁੰਦਾ ਏ। ਢਿਗ ਅਰਦਾਸ ਮੇਵਰੋ ਕਰੈ, ਅਰਦਾਸੀਆ ਸਿੱਖ ਮਹਾਰਾਜ ਦੇ ਸਾਹਮਣੇ ਖਲੋ ਕੇ ਜਦੋਂ ਭੋਗ ਪੈ ਗਿਆ ਅਰਦਾਸ ਕਰ ਰਿਹਾ ਏ। ਆਗਿਆ ਸਕਲ ਉਪਾਇਨ ਧਰ ਧਰ, ਜਿਸ ਦਾ ਨਾਂ ਸਿੱਖ ਲੈਂਦਾ ਏ ਉਹ ਭੇਟਾ ਮਹਾਰਾਜ ਦੇ ਅੱਗੇ ਸਿੱਖ ਧਰਦਾ ਏ। ਬਾਰ ਬਾਰ ਪਦ ਬੰਧਨ ਕਰ ਇੱਕ ਵਾਰੀ ਨਹੀਂ, ਬਾਰ ਬਾਰ ਆਪ ਮੁਹਾਰੇ ਮਹਾਰਾਜ ਦੇ ਚਰਨਾਂ ਤੇ ਬੰਦਨਾ ਪਏ ਕਰਦੇ ਆ। ਸਿੱਖ ਮੱਥਾ ਟੇਕਦੇ ਆ
ਤਾਂ ਨੂੰ ਸੀਸ ਚੱਕਦੇ ਆ, ਫਿਰ ਹਜੂਰ ਦਾ ਚਿਹਰਾ ਵੇਖ ਕੇ ਆਪ ਮੁਹਾਰੇ ਫਿਰ ਸੀਸ ਝੁਕ ਜਾਂਦਾ ਹੈ। ਬਾਰ-ਬਾਰ ਮਹਾਰਾਜ ਜੀ ਨੂੰ ਬੰਦਨਾ ਕਰਦੇ ਆ। ਸੰਗਤ ਮਾ ਮੋਦ ਮਨ ਪਾਇਓ, ਬਹੁਤ ਮਨ ਵਿੱਚ ਸੰਗਤ ਨੂੰ ਆਨੰਦ ਹੋਇਆ, ਬੜੀ ਖੁਸ਼ੀ ਹੋਈ ਸਤਿਗੁਰੂ ਦਾ ਦਰਸ਼ਨ ਵੇਖ ਕਰਕੇ। ਜਗ ਗੁਰ ਪਾਵਨ ਕੋ ਦਰਸਾਇਓ, ਪਵਿੱਤਰ ਸਤਿਗੁਰਾਂ ਦਾ ਦਰਸ਼ਨ ਕੀਤਾ ਜੋ ਜਗਤ ਦੇ ਮਾਲਕ ਨੇ। ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਵਿਰਾਜਮਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਦਰਸ਼ਨ ਵੇਖ ਕੇ ਨੇਤਰ ਪਵਿੱਤਰ ਹੋ ਗਏ। ਸ੍ਰੀ ਹਰਗੋਬਿੰਦ ਸ਼ਸਤਰ ਨਿਹਾਰੇ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਜਦੋਂ ਜਿਹੜੇ ਸਿੱਖ ਸ਼ਸਤਰਾਂ ਦੀ ਭੇਟਾਵਾਂ ਲੈ ਕੇ ਆਏ, ਮਹਾਰਾਜ ਧੰਨ ਵੀ ਵੇਖਦੇ ਆ ਭਾਵੇਂ ਜਿਨ੍ਹਾਂ ਸਿੱਖਾਂ ਭੇਟਾ ਕੀਤਾ ਹੈ, ਪਰ ਉਨੀ ਰੁਚੀ ਨਾਲ ਨਹੀਂ ਮਹਾਰਾਜ ਉਧਰ ਵੇਖਦੇ। ਗਹਿਣੇ ਵਸਤਰ ਵੀ ਸਿੱਖ ਭੇਟ ਕਰਦੇ ਆ, ਪਰ ਉਨੀ ਰੁਚੀ ਨਾਲ ਮਹਾਰਾਜ ਉਧਰ ਨਹੀਂ ਵੇਖਦੇ। ਜਿਹੜਾ ਸਿੱਖ ਸ਼ਸਤਰ ਲੈ ਕੇ ਆਇਆ ਮਹਾਰਾਜ ਬਹੁਤ ਰੁਚੀ ਨਾਲ ਵੇਖਦੇ। ਸੱਚੇ ਪਾਤਸ਼ਾਹ ਹਜੂਰ ਵੇਖਦੇ ਆ, ਪੁੱਛਦੇ ਆ ਸਿੱਖਾਂ ਕਿੱਥੋਂ ਖਰੀਦੇ ਆਏ, ਇਹਦੀ ਭੇਟਾ ਕੀ ਤੈਂ ਦਿੱਤੀ ਹੈ। ਮਹਾਰਾਜ ਪੁੱਛਦੇ ਆ ਸਿੱਖਾਂ ਨੂੰ, ਸ਼ਸਤਰਾਂ ਵੱਲ ਵੇਖਦੇ ਆ ਬੜੀ ਰੂਹ ਨਾਲ, ਗਰੀਬ ਨਵਾਜ ਕੌਣ ਘੋਰੇ ਆਏ ਬਲ ਭਾਰੇ। ਫਿਰ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਬੜੇ ਬਲ ਵਾਲੇ ਘੋੜੇ ਸਾਡਾ ਇੱਕ ਸਿੱਖ ਲੈ ਕੇ ਆਇਆ ਏ। ਰੂਪ ਰੰਗ ਤਿਨ ਕੋ ਸਭ ਹੇਰੇ। ਸਤਿਗੁਰੂ ਜੀ ਵੇਖ ਕੇ ਘੋੜਿਆਂ ਵੱਲ ਮਹਾਰਾਜ ਤਖਤ ਤੋਂ ਉੱਠੇ। ਗਰੀਬ ਨਵਾਜ ਬੜੇ ਖੁਸ਼ ਹੋਏ ਕਿਉਂਕਿ ਹਜੂਰ ਨੂੰ ਇਹ ਭਾਲ ਸੀ ਕਿ ਸੁੰਦਰ ਘੋੜਾ ਮਿਲੇ। ਮਹਾਰਾਜ ਸਾਹਿਬ ਜੀ ਤਖਤ ਤੋਂ ਉੱਠੇ ਐ, ਸੋਹਣਾ ਰੂਪ ਰੰਗ ਮਹਾਰਾਜ ਜੀ ਨੇ ਘੋੜਿਆਂ ਦਾ ਵੇਖਿਆ। ਸੁੰਦਰ ਆਕ੍ਰਿਤ ਬਲੀ ਬਡੇਰੇ, ਬੜਾ ਆਕਾਰ ਸੁੰਦਰ ਵੈ, ਬਲ ਕਰਕੇ ਬੜੇ ਬਲੀ ਮਹਾਰਾਜ ਨੂੰ ਭਾਸੇ ਆ। ਖੁਸ਼ੀ ਅਦਕ ਹੀ ਸਿੱਖ ਪਰ ਕੀਨ। ਭਾਈ ਸੁਭਾਗਾ ਮਹਾਰਾਜ ਦੇ ਚਰਨੀ ਪੈ ਗਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਸੁਭਾਗੇ ਤੇ ਬੜੀ ਖੁਸ਼ੀ ਕੀਤੀ। ਜਦੋਂ ਸਤਿਗੁਰੂ ਜੀ ਆਪਣੇ ਦਿਲੋਂ ਤੱਕ ਕੇ ਸਿੱਖ ਤੇ ਖੁਸ਼ੀ ਕਰਨ ਤੇ ਆਪ ਸਾਧ ਸੰਗਤ ਜੀ ਗਮਤਾ ਨਹੀਂ ਆਪਾਂ ਕਰ ਸਕਦੇ ਕਿ ਮਹਾਰਾਜ ਨੇ ਕਿੰਨਾ ਕੁ ਉਹਨੂੰ ਅੰਦਰ ਸੁੱਖ ਦੇਤਾ ਹੋਵੇਗਾ। ਉਹ ਤਾਂ ਉਹ ਸਿੱਖ ਹੀ ਜਾਣਦਾ ਨਾ, ਜਦ ਮਹਾਰਾਜ ਆਪ ਜਾਣਦੇ। ਦਾਤ ਦੇ ਦੇਣ ਵਾਲੇ ਸਤਿਗੁਰੂ ਜੀ ਭਾਈ ਸੁਭਾਗੇ ਨੂੰ ਸਤਿਗੁਰੂ ਨਿਹਾਲ ਹੀ ਕਰ ਦਿੱਤਾ। ਮਹਾਰਾਜ ਨੇ ਸ਼ੀਸ਼ ਤੇ ਹੱਥ ਰੱਖ ਕੇ ਗਰੀਬ ਨਵਾਜ ਨੇ ਬਖਸ਼ਿਸ਼ ਕੀਤੀ ਤੇ ਬਾਣੀ ਕਹਿੰਦੀ ਹੈ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਐਸੇ ਦਾਤੇ ਹਨ ਸਤਿਗੁਰੂ ਜੀ। ਭਾਈ ਸੁਭਾਗੇ ਤੇ ਖੁਸ਼ੀ ਕੀਤੀ ਗਰੀਬ ਨਵਾਜ ਨੇ। ਜਨਮ ਮਰਨ ਬੰਧਨ ਕਟ ਦੀਨ। ਵੇਖੋ ਕੀ ਹੈ ਭੇਟਾ, ਜਿੱਡੀ ਵੱਡੀ ਦਾਤ ਦਿੱਤੀ ਹੈ ਸਤਿਗੁਰਾਂ ਨੇ। ਇਹ ਕਵੀ ਰਾਜ ਜੀ ਬਿਆਨ ਕਰ ਰਹੇ ਹੈ। ਮਹਾਰਾਜ ਨੇ ਭਾਈ ਸੁਭਾਗੇ ਦਾ ਜੰਮਣ ਤੇ ਮਰਨ ਹੀ ਕੱਟ ਦਿੱਤਾ। ਗਰੀਬ ਨਵਾਜ ਐਡੇ ਖੁਸ਼ ਹੋਏ ਸਤਿਗੁਰੂ ਘੋੜਿਆਂ ਦੀ ਭੇਟਾਈ ਵੇਖ ਕੇ। ਤੇ ਸੰਸਾਰ ਦੀਆਂ ਚੀਜ਼ਾਂ ਤੇ ਸਾਧ ਸੰਗਤ ਜੀ ਤੁੱਛ ਨੇ, ਨਾਲੇ ਮਹਾਰਾਜ ਵਾਸਤੇ ਸਿੱਖ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਏਡੀ ਵੱਡੀ ਦਾਤ ਦਿੱਤੀ ਹੈ। ਜੰਗਾ ਭਾਈ ਸੁਭਾਗਿਆ, ਜਾ ਜੰਮਣ ਮਰਨ ਚ ਨਹੀਂ ਆਏਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਏਡੀ ਵੱਡੀ ਦਾਤ ਬਖਸ਼ਿਸ਼ ਦੇ ਕੇ ਨਿਹਾਲ ਕੀਤਾ। ਅਪਰ ਸਿੱਖ ਸੰਗਤ ਗਨ ਸਾਰੇ, ਹੋਰ ਜਿੰਨੀਆਂ ਸਾਰੀਆਂ ਸਿੱਖ ਸੰਗਤਾਂ ਆਈਆਂ ਮਹਾਰਾਜ ਦੇ ਦਰਸ਼ਨ ਕਰਨ। ਜਸ ਇੱਛਾ ਧਰ ਗੁਰੂ ਨਿਹਾਰੇ। ਜਿਸ ਤਰ੍ਹਾਂ ਦੀ ਇੱਛਾ ਲੈ ਕੇ ਕਿਸੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਕੀਤਾ, ਸਭ ਕੀ ਤਬ ਪੂਰਨ ਕਰ ਦਈ। ਮਹਾਰਾਜ ਨੇ ਸਭ ਦੀ ਇੱਛਾ ਪੂਰੀ ਕਰ ਦਿੱਤੀ। ਅੰਤਰਜਾਮੀ ਹੈ ਨਾ ਸਤਿਗੁਰੂ ਜੀ। ਜਿਹੋ ਜੀ ਭਾਵਨਾ ਕਰਕੇ ਕਿਸੇ ਨੇ ਮਹਾਰਾਜ ਦਾ ਦਰਸ਼ਨ ਵੇਖਿਆ ਏ, ਹਜੂਰ ਨੇ ਉਹਦੀ ਇੱਛਾ ਪੂਰੀ ਕਰ ਦਿੱਤੀ ਹੈ। ਅਧਿਕ ਪ੍ਰੀਤ ਆਗੇ ਉਪਜਈ। ਬਹੁਤ ਜ਼ਿਆਦਾ ਪ੍ਰੇਮ ਮਹਾਰਾਜ ਜੀ ਦੇ ਦਰਸ਼ਨਾਂ ਦਾ ਇਹੋ ਜਿਹਾ ਪੈਦਾ ਹੋਇਆ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਦੀ ਪ੍ਰੀਤ ਜਿਹੜੀ ਸੀ ਬੜੀ ਵੱਧ ਗਈ ਸਿੱਖਾਂ ਦੇ ਅੰਦਰ। ਸੁੰਦਰ ਬਦਨ ਚੰਦ ਮਾਨਿੰਦ। ਸਤਿਗੁਰੂ ਜੀ ਦਾ ਸੁੰਦਰ ਸਾਧ ਸੰਗਤ ਜੀ ਸਰੂਪ ਹੈ। ਚੰਦਰਮਾ ਵਾਂਗ ਮਹਾਰਾਜ ਜੀ ਦਾ ਮੁਖ ਖਿੜਿਆ ਹੋਇਆ ਹੈ। ਦ੍ਰਿਸ਼ਟਾਂਤ ਇੱਕ ਅੰਗੀ ਸਮਝਣਾ ਮੈਂ ਬੇਨਤੀ ਅੱਗੇ ਵੀ ਕਰਦਾ ਹੁੰਨਾ। ਸੱਚੇ ਪਾਤਸ਼ਾਹ ਜੀ ਦੇ ਸੁੰਦਰ ਚਿਹਰੇ ਦਾ ਹੀ ਇੱਕ ਦ੍ਰਿਸ਼ਟਾਂਤ ਦਿੰਦੇ ਹੈ, ਕਿਉਂਕਿ ਸ਼ਬਦਾਂ ਨਾਲ ਮਹਾਰਾਜ ਦੇ ਚਿਹਰੇ ਨੂੰ ਕਿੱਥੋਂ ਬਿਆਨ ਕੀਤਾ ਜਾ ਸਕਦਾ ਹੈ। ਗਰੀਬ ਨਵਾਜ ਦਾ ਇਹੋ ਜਿਹਾ ਸੁੰਦਰ ਸਰੂਪ ਹੈ। ਮੁੱਦਤ ਦੇਖ ਸ੍ਰੀ ਹਰਗੋਬਿੰਦ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਵੇਖ ਕਰਕੇ ਬੜੇ ਸਾਰੇ ਪ੍ਰਸੰਨ ਮੈਂ। ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਸਿੱਖਾਂ ਨੂੰ ਗਰੀਬ ਨਵਾਜ ਜਦੋਂ ਭਾਵ ਭਗਤੀ ਦਾ ਪ੍ਰਸਾਦ ਦਿੰਦੇ ਆ, ਮਹਾਰਾਜ ਵੀ ਬਹੁਤ ਖੁਸ਼ ਹੁੰਦੇ ਆ ਸਿੱਖਾਂ ਦੀ ਭਾਵਨਾ ਸ਼ਰਧਾ ਵੇਖ ਕੇ। ਹਰਖੇ ਮਨ ਬਾਂਚਤ ਕੋ ਪਾਏ। ਸਤਿਗੁਰੂ ਜੀ ਦੇ ਕੋਲੋਂ ਖੁਸ਼ ਹੋ ਕੇ ਸਿੱਖਾਂ ਨੇ ਮਨ ਪਾਉਂਦੇ ਫਲ ਪਾਉਣਾ ਕੀਤੇ। ਨਰ ਤਨ ਆਪਣੇ ਕੋ ਸਫਲਾਏ। ਆਪਣੇ ਮਨੁੱਖਾ ਤਨ ਨੂੰ ਪਾਉਣਾ ਉਹਨਾਂ ਨੇ ਜਾਣ ਲਿਆ ਕਿ ਅੱਜ ਸਫਲ ਹੋ ਗਿਆ ਸਾਡਾ ਮਨੁੱਖਾ ਜਨਮ।
ਅੱਜ ਸਰੀਰ ਪਾਉਣਾ ਹੀ ਸਫਲਾ ਲਿਆ। ਮਹਾਰਾਜ ਦੇ ਦਰਸ਼ਨ ਵੇਖ ਕੇ ਸਿੱਖ ਇੰਨੇ ਨਿਹਾਲ ਹੋਏ। ਕੀਚਕ ਦਿਨ ਦਰਸ਼ਨ ਕੋ ਕਰਕੈ ਕਿੰਨੇ ਕੁ ਦਿਨ ਮਹਾਰਾਜ ਜੀ ਦਾ ਦਰਸ਼ਨ ਕਰਕੇ ਸੰਗਤ ਗਮਨੀ ਮੁਦ ਉਰ ਧਰ ਕੈ ਹਿਰਦੇ ਵਿੱਚ ਆਨੰਦ ਧਾਰ ਕੇ ਕਿਰਤੀ ਸਿੱਖ ਹੋਇਆ ਨਾ। ਮਹਾਰਾਜ ਕੋਲ ਆਗਿਆ ਲੈ ਲੈ ਕੇ ਸਿੱਖ ਫਿਰ ਤੁਰਨ ਲੱਗੇ। ਅਨੇਕ ਪ੍ਰਕਾਰ ਗੁਰੂ ਜਸ ਕਰਤੇ ਅਨੇਕਾਂ ਪ੍ਰਕਾਰ ਮਹਾਰਾਜ ਜੀ ਦਾ ਜਸ ਕਰਦੇ ਐ। ਹਜੂਰ ਦੀ ਹਜੂਰੀ ਵਿੱਚ ਰਹੇ ਐ। ਕਦੇ ਤਾਂ ਮਹਾਰਾਜ ਦੇ ਘਰ ਦੇ ਲੰਗਰ ਦੀ ਉਪਮਾ ਕਰਦੇ ਐ, ਕਦੇ ਕੀਰਤਨ ਦੀ ਉਪਮਾ ਕਰਦੇ, ਕਦੇ ਤਾਂ ਮਹਾਰਾਜ ਦੇ ਦਰਸ਼ਨ ਦੀਆਂ ਗੱਲਾਂ ਕਰਦੇ। ਬੜੇ ਖੀਵੇ ਹੁੰਦੇ ਆ। ਦਿਨ ਮਹਿ ਚਲਤ ਨਿਸਾ ਮਹਿ ਰਹਤੇ ਦਿਨ ਦੇ ਅੰਦਰ ਕਾਫਲਾ ਤੁਰਦਾ ਏ, ਰਾਤ ਨੂੰ ਇਹ ਸਾਰਾ ਕਾਫਲਾ ਰੁਕ ਜਾਂਦਾ ਏ। ਤੁਰਕ ਵਿਨਾਸ਼ਕ ਗੁਰ ਅਵਤਾਰੀ ਤੇ ਕੀ ਗੱਲਾਂ ਕਰਦੇ ਆ ਸਿੱਖ, ਕਹਿੰਦੇ ਤੁਰਕ ਵਿਨਾਸ਼ਕ ਗੁਰ ਅਵਤਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਨੇ ਆਪਣਾ ਸਰੀਰ ਜਿਹੜਾ ਬਣਾਇਆ ਹੈ ਨਾ, ਨਿਰੰਕਾਰ ਰੂਪ ਸਤਿਗੁਰੂ ਜੀ ਤੁਰਕਾਂ ਦਾ ਨਾਸ਼ ਕਰਨ ਵਾਲੇ ਆ। ਚਹੁ ਦਿਸ ਕੀ ਸੰਗਤ ਸੁਖਕਾਰੀ ਤੇ ਚਾਰ ਚਫੇਰੇ ਦੀਆਂ ਸੰਗਤਾਂ ਨੂੰ ਮਹਾਰਾਜ ਨੇ ਸੁਖੀ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਤਿਆਦਿਕ ਕੀਰਤ ਕੋ ਭਾਖਤ ਇਤਿਆਦਿਕ ਸਿੱਖ ਸੰਗਤਾਂ ਮਹਾਰਾਜ ਜੀ ਦੀ ਕੀਰਤੀ ਕਹਿੰਦੀਆਂ ਜਾਂਦੀਆਂ ਨੇ। ਸੁਨਹਿ ਅਪਰ ਕੋ ਦਰਸ਼ਨ ਪਾਖਤ ਤੇ ਜਦੋਂ ਹੋਰ ਵੀ ਕੋਈ ਸੁਣਦਾ ਹੈ ਨਾ ਸਿੱਖਾਂ ਦੇ ਮੁਖ ਤੋਂ ਮਹਾਰਾਜ ਦੀ ਕੀਰਤੀ, ਗੁਰੂ ਹਰਗੋਬਿੰਦ ਸਾਹਿਬ ਦਾ ਜਸ, ਤੇ ਸੁਣ ਸੁਣ ਕੇ ਉਹਨਾਂ ਦੇ ਅੰਦਰ ਵੀ ਚਾਅ ਪੈਦਾ ਹੁੰਦਾ ਹੈ ਕਿ ਐਸੇ ਸਤਿਗੁਰੂ ਦਾ ਦਰਸ਼ਨ ਕਰੀਏ। ਬਈ ਮਹਾਰਾਜ ਦਾ ਦਰਸ਼ਨ ਕਰਨਾ ਚਾਹੀਏ। ਅੰਦਰ ਉਹਨਾਂ ਦੇ ਬੜਾ ਉਤਸ਼ਾਹ ਹੁੰਦਾ ਹੈ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਦੋਹਰਾ ਸ੍ਰੀ ਗੁਰ ਹਰਗੋਬਿੰਦ ਜੀ ਪ੍ਰਭ ਜੋਧਾ ਬਲਵਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪ੍ਰਭੂ ਸਰੂਪ ਸਤਿਗੁਰੂ ਜੀ ਬਲੀ ਬਹਾਦਰ ਯੋਧੇ ਸਤਿਗੁਰੂ ਜੀ। ਸੋਕ ਬਿਲੰਦ ਤਰੰਗ ਕੋ ਚੜੈ ਪ੍ਰੀਤ ਕੋ ਠਾਨ ਸਤਿਗੁਰੂ ਜੀ ਨੂੰ ਇਹ ਸ਼ੌਂਕ ਹੈ, ਇੱਛਾ ਹੈ ਕਿ ਬਲੀ ਬਹੁਤ ਜ਼ਿਆਦਾ ਤੁਰੰਗ ਘੋੜਾ ਹੋਵੇ ਜਿਹਦੇ ਉੱਤੇ ਬੜੇ ਪਿਆਰ ਧਾਰ ਕੇ ਅਸੀਂ ਅਸਵਾਰੀ ਕਰ ਸਕੀਏ। ਚਾਉ ਪਈ ਪੰਜ ਪਵੰਗਮ ਲਗੇ ਤਬੇਲੇ ਉਹ ਪੰਜ ਜਿਹੜੇ ਪਵੰਗਮ ਘੋੜੇ ਸੀ ਨਾ, ਮਹਾਰਾਜ ਜੀ ਨੇ ਤਬੇਲੇ ਵਿੱਚ ਖਾਸ ਥਾਂ ਤੇ ਲਗਵਾ ਦਿੱਤੇ। ਸੇਵਕ ਲਾਗੇ ਕਰਨ ਸੁਹੇਲੇ ਤੇ ਬੜੇ ਸੁੱਖ ਨਾਲ ਸੇਵਕ ਜਿਹੜੇ ਸੀ ਘੋੜਿਆਂ ਦੀ ਸੇਵਾ ਕਰਨ ਲੱਗ ਪਏ। ਹੁਣ ਸਤਿਗੁਰ ਇੱਕ ਇੱਕ ਫਿਰ ਵਾਇਓ ਫਿਰ ਸਤਿਗੁਰੂ ਜੀ ਨੇ ਇੱਕ ਇੱਕ ਘੋੜਾ ਨਾ ਹਜੂਰ ਨੇ ਆਪ ਚੜ ਕਰਕੇ ਫੇਰਨਾ ਕੀਤਾ। ਫਾਂਦਨ ਚੰਚਲ ਬੇਗ ਧਵਾਇਓ ਮਹਾਰਾਜ ਨੇ ਛਾਲਾਂ ਚ ਟਪਾਇਆ। ਬੀਬੀ ਜੀ ਬੱਚੇ ਨੂੰ ਬੇਨਤੀ ਹੈ ਕਿ ਆਪ ਯੋਗ ਥਾਂ ਤੇ ਭਾਈ ਲੈ ਕੇ ਬੈਠਿਆ ਕਰੋ। ਸੰਗਤ ਵਿੱਚ ਜਦੋਂ ਕਥਾ ਹੁੰਦੀ ਹੈ ਬਹੁਤ ਸ਼ਾਂਤੀ ਹੋਵੇ ਤੇ ਫਿਰ ਕਥਾ ਦਾ ਰਸ ਬਣਦਾ ਹੈ। ਬੇਨਤੀ ਹੈ ਆਪ ਮਹਿਸੂਸ ਨਾ ਕਰਿਓ, ਤੇ ਜਿੱਥੇ ਆਵਾਜ਼ ਆਉਂਦੀ ਹੋਵੇ ਬਾਕੀ ਸੰਗਤ ਦੇ ਰਸ ਵਿੱਚ ਵਿਘਨ ਨਾ ਪਵੇ, ਤੁਸੀਂ ਕਥਾ ਵੀ ਸੁਣ ਚੱਕੋ, ਕਿਉਂਕਿ ਬੱਚੇ ਦਾ ਸੁਭਾਅ ਤਾਂ ਚੰਚਲ ਹੁੰਦਾ ਹੈ। ਬੇਨਤੀ ਪ੍ਰਵਾਨ ਕਰਨੀ, ਫਿਰ ਪੜੋ। ਫਾਂਦਨ ਚੰਚਲ ਬੇਗ ਧਵਾਇਓ ਸਤਿਗੁਰੂ ਜੀ ਨੇ ਛਾਲਾਂ ਵਿੱਚ ਘੋੜਿਆਂ ਨੂੰ ਟਪਾਇਆ ਤੇ ਮਹਾਰਾਜ ਨੇ ਬੇਗ ਬੜੀ ਛੇਤੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਧਵਾਇਆ, ਦੌੜਾਇਆ ਹੈ। ਦੌੜ ਵੇਖੀ ਮਹਾਰਾਜ ਨੇ, ਘੋੜਿਆਂ ਦੀ ਚਾਲ ਤੱਕੀ ਹੈ। ਤਿੰਨ ਪੰਚੋ ਮੈਂ ਏਕ ਭਲੇਰੋ ਉਹਨਾਂ ਪੰਜਾਂ ਵਿੱਚੋਂ ਮਹਾਰਾਜ ਨੂੰ ਇੱਕ ਘੋੜਾ ਪਸੰਦ ਆ ਗਿਆ। ਭਲਾ ਸੀ ਮਹਾਰਾਜ ਨੇ ਸੋਹਣਾ ਵੇਖਿਆ ਉਹਨਾਂ ਪੰਜਾਂ ਵਿੱਚੋਂ ਇੱਕ ਘੋੜਾ। ਚੰਚਲ ਬਲ ਮੈਂ ਬੇਗ ਵਡੇਰੋ ਉਹ ਬਲ ਵਿੱਚ ਸਾਧ ਸੰਗਤ ਜੀ ਬੜਾ ਬਲੀ ਹੈ ਤੇ ਵੇਗ ਵਿੱਚ ਬੜਾ ਚੰਚਲ ਹੈ। ਬਹੁਤ ਜ਼ਿਆਦਾ ਤੇਜ਼ ਤਰਾਰ ਘੋੜਾ ਹੈ। ਹੁਣ ਪੰਜਾਂ ਵਿੱਚੋਂ ਇੱਕ ਚੁਣਿਆ ਤੇ ਕਿਹੋ ਜਿਹਾ ਹੋਊਗਾ? ਪੰਜੇ ਹੀ ਬੜੇ ਨਸਲ ਵਾਲੇ ਆ, ਪਰ ਇੱਕ ਪੰਜਾਂ ਵਿੱਚੋਂ ਮਹਾਰਾਜ ਚੁਣਿਆ ਏ। ਸ੍ਰੀ ਹਰਗੋਬਿੰਦ ਆਪ ਚਰਨ ਕੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਅਸਵਾਰੀ ਕਰਨ ਵਾਸਤੇ ਰਖਵਾਇਓ ਕੈ ਸਸ਼ਟ ਬਰਨ ਕੋ ਮਹਾਰਾਜ ਨੇ ਸੋਹਣਾ ਉਹਦਾ ਰੰਗ ਚਾਲ ਵੇਖ ਕਰਕੇ ਆਪਣੀ ਸਵਾਰੀ ਵਾਸਤੇ ਰਖਵਾਉਣਾ ਕੀਤਾ। ਜ਼ੀਨ ਜਰਾਉ ਜਰੇ ਜਵਾਹਰ ਕਹੋ ਜੀ ਉਹਨਾਂ ਤੇ ਕਾਠੀਆਂ ਪਈਆਂ ਹੋਈਆਂ ਸਿੱਖ ਘੋੜੇ ਵੀ ਲੈ ਕੇ ਆਇਆ ਤੇ ਵਡਮੁੱਲੀਆਂ ਕਾਠੀਆਂ ਨੇ। ਕਿਹੋ ਜੀਆਂ ਕਾਠੀਆਂ ਕਵਿਰਾਜ ਦੱਸਦੇ ਆ, ਫਿਰ ਪੜੋ। ਜੀਨ ਜਰਾਉ ਜਰੇ ਜਵਾਹਰ ਜਿਹੜੀਆਂ ਉਹ ਜੀਨ ਕਾਠੀਆਂ ਹਨ ਨਾ, ਉਹ ਸਾਧ ਸੰਗਤ ਜੀ ਸੋਨੇ ਦੀਆਂ। ਉਹਨਾਂ ਉੱਤੇ ਜਿਹੜੇ ਆ ਨਾ ਬੜੇ ਸੋਹਣੇ ਹੀਰੇ ਜੜੇ ਹੋਏ ਆ। ਜਬਰ ਜ਼ੇਬ ਜਗਮਗ ਜਿਸ ਜਾਹਰ ਆਹੋ ਜੀ ਉਹਨਾਂ ਦੀ ਸੋਭਾ ਹੈ ਕਿ ਪ੍ਰਗਟ ਹੀ ਜਦੋਂ ਕਾਠੀ ਪੈਂਦੀ ਆ ਨਾ ਘੋੜੇ ਤੇ ਲਿਸ਼ਕਾਰਾਂ ਮਾਰਦੀ ਆ ਕਾਠੀ। ਬਹੁਤ ਜ਼ਿਆਦਾ ਚਮਕਦਾ ਹੈ ਸੋਨਾ। ਸੁੰਦਰ ਕੋਰਦਾਰ ਬਲ ਹੀਰੇ ਤੇ ਐਵੇਂ ਨਹੀਂ ਜਿੱਥੇ ਮਰਜ਼ੀ ਲਾ ਛੱਡੇ ਆ ਹੀਰੇ ਕਿ ਚੜਿਆ ਹੀ ਹੀਰੇ ਚੁਭਣ ਨਹੀਂ। ਜਿਹੜੇ ਹੀਰੇ ਆ ਨਾ ਉਹ ਬੜੇ ਕੋਰਦਾਰ ਸਾਧ ਸੰਗਤ ਜੀ ਨੁਕਰਾਂ ਉਹਦੀਆਂ ਕੱਢ ਕੱਢ ਕੇ ਚੰਗੀ ਤਰ੍ਹਾਂ ਉੱਥੇ ਲਾਏ ਐ ਜਿੱਥੇ ਅਸਵਾਰ ਨੂੰ ਚੁਭਣ ਵੀ ਨਾ।
ਇਹੋ ਜਿਹਾ ਸੋਹਣਾ ਉਹਦੇ ਤੇ ਕੰਮ ਕੀਤਾ, ਹੀਰਿਆਂ ਦਾ ਜੜਾਉਣਾ ਕੀਤਾ। ਬੜੇ ਸੋਹਣੇ ਹੀਰਿਆਂ ਦੀ ਪੰਗਤੀ ਜੜੀ ਹੋਈ ਚਮਕਦੀ ਆ। ਜੋਗ ਥਾਨ ਕੇ ਜਾਨਤ ਚੀਰੇ, ਦੇਖੋ ਕਵਿਰਾਜ ਕਹਿੰਦੇ ਯੋਗ ਥਾਂ ਦੇ ਉੱਤੇ ਚੀਰ ਕੇ ਭਾਵ ਕੋਰ ਕੇ ਕੱਢ ਕੇ ਲਾਏ ਹਨ ਹੀਰੇ। ਅਪਰਜਾਇਬ ਜੁਗਤ ਬਣਿਓ ਹੈ, ਬਹੁਤ ਸੋਹਣੀ ਜੁਗਤ ਦੇ ਨਾਲ, ਬੜੀ ਅਜਾਇਬ ਹੀ ਹੈਰਾਨੀ ਵਾਲੀ ਇਹ ਕਾਠੀ ਹੈ ਕਿ ਇੰਨੀ ਸੋਹਣੀ ਜੁਗਤ ਨਾਲ ਬਣਾਈ ਹੈ। ਸੋ ਵਰਨ ਸੋਭਤ ਸਵਰਨ ਸੁਨਿਓ ਤੇ ਹੈ, ਬੜਾ ਸੋਹਣਾ ਸੋਇਨਾ ਜਿਹੜਾ ਹੈ ਨਾ ਉਹ ਵੀ ਆਲਾ ਹੀ ਨਸਲ ਦਾ ਹੈ ਤੇ ਬੜਾ ਹੀ ਸੋਭ ਰਿਹਾ ਕਾਠੀ ਦੇ ਉੱਤੇ ਲੱਗਾ ਹੋਇਆ। ਐਸੋ ਤਰੰਗ ਸੁਗਮ ਨਹਿ ਆਵੈ, ਸਾਧ ਸੰਗਤ ਜੀ ਘੋੜੇ ਦਾ ਰੰਗ ਵੀ ਬੜਾ ਸੁੰਦਰ ਵੈ ਤੇ ਇਹੋ ਜਿਹਾ ਘੋੜਾ ਜਿਹੜਾ ਨਾ ਸੁਗਮ ਸੌਖਾ ਨਹੀਂ ਪ੍ਰਾਪਤ ਹੁੰਦਾ। ਜੋ ਸਤਿਗੁਰ ਕੇ ਮਨ ਮਹਿ ਭਾਵੈ, ਜੋ ਸਤਿਗੁਰੂ ਜੀ ਦੇ ਨਾਲੇ ਮਨ ਵਿੱਚ ਭਾ ਜਾਵੇ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਪਸੰਦ ਆ ਜਾਵੇ, ਇਹੋ ਜਿਹਾ ਘੋੜਾ ਕਿਤੇ ਸੌਖਾ ਨਹੀਂ ਲੱਭਦਾ। ਕਰਿਓ ਹੁਕਮ ਆਨੋ ਕਰ ਤਿਆਰ, ਹਜੂਰ ਨੇ ਆਗਿਆ ਕੀਤੀ ਕਿ ਸਿੱਖੋ ਇਹਨੂੰ ਤਿਆਰ ਕਰਕੇ ਲਿਆਓ, ਜਰਾ ਚੰਗੀ ਤਰ੍ਹਾਂ ਕਾਠੀ ਪਾ ਕੇ ਲਿਆਓ। ਦਾਸਨ ਤਤਸ਼ਨ ਮਾਹੇ ਸ਼ਿੰਗਾਰ, ਤੇ ਦਾਸਾਂ ਨੇ ਸੇਵਕਾਂ ਸਿੱਖਾਂ ਨੇ ਬੜੀ ਛੇਤੀ ਨਾਲ ਘੋੜੇ ਨੂੰ ਸ਼ਿੰਗਾਰ ਦਿੱਤਾ। ਰੇਸ਼ਮ ਡੋਰ ਗਏ ਕਰ ਆਨਿਓ, ਤੇ ਰੇਸ਼ਮ ਦੀਆਂ ਡੋਰਾਂ ਨੇ ਜਿਹੜੀਆਂ ਵਾਗਾਂ ਨੇ ਘੋੜੇ ਦੀਆਂ, ਕਾਜਾ ਜਿਹੜਾ ਦੇ ਕੇ ਮਹਾਰਾਜ ਦੇ ਸਾਹਮਣੇ ਸਿੱਖ ਬੜੀ ਸ਼ਰਧਾ ਨਾਲ ਲੈ ਆਇਆ। ਧਨ ਭਾਗ ਜੁਤ ਸਭ ਨੇ ਜਾਣਿਓ, ਤੇ ਸਾਰਿਆਂ ਜਾਣਿਆ ਕਿ ਧੰਨ ਭਾਗ ਹੈ, ਮਹਾਰਾਜ ਜੀ ਨੂੰ ਘੋੜਾ ਪਸੰਦ ਆ ਗਿਆ। ਸੱਚੇ ਪਾਤਸ਼ਾਹ ਜੀ ਦੀ ਪਸੰਦ ਆਇਆ ਘੋੜਾ, ਵੇਖ ਕੇ ਸਿੱਖ ਬੜੇ ਖੁਸ਼ ਹੋਏ ਆ। ਤਨ ਕੋ ਬਰਨ ਦਿਪਤ ਇਸ ਭਾਂਤੀ, ਤੇ ਇਹਦਾ ਘੋੜੇ ਦਾ ਤਨ ਜਿਹੜਾ ਸਰੀਰ ਹੈ ਨਾ ਇਸ ਭਾਂਤੀ ਇਸ ਤਰੀਕੇ ਨਾਲ ਦਿਪ ਰਿਹਾ, ਭਾਵ ਚਮਕ ਰਿਹਾ ਹੈ। ਮਨੋ ਤਾਫਤਾ ਸੁੰਦਰ ਕਾਂਤੀ, ਮਾਨੋ ਕਿ ਬੜੀ ਸੁੰਦਰ ਕ੍ਰਾਂਤੀ, ਬੜੀ ਸੁੰਦਰ ਸੋਭਾ ਉੱਠਦੀ ਹੈ। ਘੋੜੇ ਦਾ ਅੰਗ ਅੰਗ ਜਿਹੜਾ ਹੈ ਨਾ ਲੁਸ਼ ਲੁਸ਼ ਕਰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਘੋੜੇ ਨੂੰ ਪਸੰਦ ਕੀਤਾ ਉਹਦਾ ਰੰਗ ਹੀ ਬੜਾ ਚਮਕਦਾ ਏ। ਜੁਗਨ ਸੋਨ ਲਗ ਸੁੰਦਰ ਖਰੇ, ਸਾਧ ਸੰਗਤ ਜੀ ਜੁਗਮ ਭਾਵ ਦੋਵੇਂ ਜਿਹੜੇ ਕੰਨ ਹਨ ਨਾ ਉਹ ਆਪਸ ਵਿੱਚ ਭਿੜਦੇ ਆ, ਜਿਵੇਂ ਮਾਰਵਾੜੀ ਨਸਲ ਨਹੀਂ ਹੁੰਦੀ ਘੋੜਿਆਂ ਦੀ, ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦਾ ਉਹ ਘੋੜਾ ਜਿਹੜਾ ਨਾ ਉਹਦੇ ਜੁਗਮ ਜਿਹੜੇ ਦੋਵੇਂ ਕੰਨ ਵੇ, ਇੰਗਲੈਂਡ ਦੀ ਧਰਤੀ ਤੇ ਉਹ ਵੱਖਰੇ ਵੱਖਰੇ ਖੋਤੇ ਵਰਗੇ ਕੰਨਾਂ ਦੇ ਘੋੜਿਆਂ ਨੂੰ ਪਸੰਦ ਕਰਦੇ, ਉਹਨਾਂ ਦੀ ਆਪਦੀ ਨਸਲ ਵੀ ਹੈਗੀ ਹੈ। ਤੇ ਇਹ ਜਿਹੜਾ ਘੋੜਾ ਹੈ ਨਾ ਇਹਦੇ ਦੋਵੇਂ ਕੰਨ ਜਿਹੜੇ ਆਪਸ ਦੇ ਵਿੱਚ ਜਿਹੜੇ ਆ ਉਹ ਮਿਲਦੇ ਹਨ। ਆਇਤ ਛਾਤੀ ਲੋਚਨ ਖਰੇ, ਤੇ ਇਹਦੇ ਜਿਹੜੇ ਅੱਖਾਂ ਹਨ ਨਾ ਘੋੜੇ ਦੀਆਂ ਬਹੁਤ ਮੋਟੀਆਂ ਖਰੀਆਂ ਅੱਖਾਂ ਨੇ, ਇਉਂ ਵੇਖਦਾ ਵੇਖ ਕੇ ਹੀ ਘੋੜੇ ਵੱਲ ਸਧਾਰਨ ਬੰਦੇ ਨੂੰ ਤਾਂ ਡਰ ਆ ਜੇ ਇਹੋ ਜਿਹਾ ਘੋੜਾ ਹੈ। ਤੇ ਉਹਦੀ ਚੌੜੀ ਛਾਤੀ ਆ ਘੋੜੇ ਦੀ। ਅਲਪਗਾਮਚੀ ਸੁਮ ਵਡੇਰੇ, ਸਾਧ ਸੰਗਤ ਜੀ ਜਿਹੜੀ ਗਾਮਚੀ ਥੱਲੇ ਸੋਮੋ ਦਾ ਵੱਡਾ ਹੈ, ਚੌੜਾ ਹੈ, ਤੇ ਜਿਹੜੀ ਗਾਮਚੀ ਆ ਨਾ ਉਹ ਅਲਪ ਹੈ, ਥੋੜੀ ਹੈ। ਇਹ ਆਲਾ ਨਸਲ ਦੇ ਘੋੜਿਆਂ ਦੀ ਨਿਸ਼ਾਨੀ ਹੁੰਦੀ ਹੈ, ਉਹ ਬੜੀ ਖਾਲੀ ਹੈ ਜਿਹੜੀ ਗਾਮਚੀ ਹੈ। ਬੰਕੀ ਗਰੀਵ ਚਲੇ ਜਿਸ ਬੇਰੇ, ਤੇ ਬੜੀ ਬੰਕੀ ਗਰੀਬ, ਉੱਚੀ ਗਰੀਵਾ ਹੈ, ਧੌਣ ਬੜੀ ਉੱਚੀ ਹੈ ਤੇ ਬੜੀ ਬੰਕੀ ਉੱਚੀ ਚੁੱਕ ਚੁੱਕ ਕੇ ਜਿਵੇਂ ਮੋਰ ਪੈਲ ਪਾਉਂਦਾ ਐਵੇਂ ਚੁੱਕ ਚੁੱਕ ਕੇ ਸਿਰ ਘੋੜਾ ਤੁਰਦਾ ਏ। ਸਿਮਰ ਗੁਰੂ ਸ੍ਰੀ ਨਾਨਕ ਆਦ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਚੜਨ ਲੱਗੇ ਆ, ਵੇਖੋ ਕਈ ਕਹਿੰਦੇ ਆ ਵੇਖੋ ਨਿਹੰਗ ਸਿੰਘ ਨਾ ਘੋੜਿਆਂ ਨੂੰ ਕਿਉਂ ਮੱਥਾ ਟੇਕਦੇ ਆ। ਸਾਧ ਸੰਗਤ ਜੀ ਘੋੜੇ ਨੂੰ ਮੱਥਾ ਨਹੀਂ ਟੇਕਦੇ, ਗੁਰੂ ਨਾਨਕ ਸਾਹਿਬ ਨੂੰ ਯਾਦ ਕਰਕੇ ਮੱਥਾ ਟੇਕਦੇ ਆ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਚੇਤੇ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ। ਆਦ ਗੁਰੂ ਜੀ ਦਾ ਨਾਮ ਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ, ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਹਜੂਰ ਘੋੜੇ ਤੇ ਸਵਾਰ ਹੋਏ ਆ। ਚੜੇ ਸ਼ਸਤਰ ਧਾਰੀ ਅਹਲਾਦ, ਸ਼ਸਤਰਾਂ ਨੂੰ ਧਾਰਿਆ ਹੋਇਆ ਸਤਿਗੁਰੂ ਜੀ ਨੇ ਤੇ ਘੋੜੇ ਤੇ ਮਹਾਰਾਜ ਪਲਾਕੀ ਮਾਰ ਕੇ ਜਦੋਂ ਸਵਾਰ ਹੋਏ ਆ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਗਾਦਰੇ ਪਏ ਹੋਏ ਸ਼ਸਤਰ ਛਨ ਛਨ ਕਰਦੇ ਆ। ਮਹਾਰਾਜ ਨੇ ਦੋਵੇਂ ਤੇਗੇ ਪਹਿਨੇ ਹੋਏ ਆ, ਤੀਰਾਂ ਦਾ ਭਰਿਆ ਪੱਥਾ ਸਤਿਗੁਰਾਂ ਪਹਿਨਿਆ ਹੋਇਆ। ਇੰਨੇ ਸ਼ਸਤਰ ਲੈ ਕੇ ਘੋੜੇ ਤੇ ਚੜਿਆ ਨਹੀਂ ਜਾ ਸਕਦਾ, ਪਰ ਸਤਿਗੁਰੂ ਨੇ ਸਾਨੂੰ ਇਹ ਸਾਡਾ ਸਾਧ ਸੰਗਤ ਜੀ ਵਿਰਸਾ ਦਿੱਤਾ ਹੈ ਕਿ ਇਸ ਤਰ੍ਹਾਂ ਸਿੱਖੋ ਘੋੜਿਆਂ ਤੇ ਸਵਾਰ ਹੋਈਦਾ। ਇਹੋ ਜਿਹੇ ਸ਼ਸਤਰ ਪਹਿਨੀਦੀ ਹੈ, ਇਹ ਕੌਮ ਦੀ ਅਣਖ ਤੇ ਗੈਰਤ ਦਾ ਨਮੂਨਾ ਹੈ। ਸੱਚੇ ਪਾਤਸ਼ਾਹ ਮਹਾਰਾਜ ਇੰਨੇ ਸ਼ਸਤਰ ਪਹਿਨੇ ਆ, ਮਹਾਰਾਜ ਬਲ ਦੇ ਨਾਲ ਘੋੜੇ ਤੇ ਸਵਾਰ ਹੋਏ ਆ। ਸੁੰਦਰ ਚਾਲ ਪਾਏ ਕਰ ਫੇਰਾ, ਮਹਾਰਾਜ ਜੀ ਨੇ ਸੁੰਦਰ ਚਾਲ ਪਾ ਕੇ ਘੋੜੇ ਨੂੰ ਫੇਰਿਆ ਏ। ਰੋਕਤ ਚਾਹਤ ਵੇਗ ਵਡੇਰਾ, ਮਹਾਰਾਜ ਨੇ ਜਦੋਂ ਚੜੇ ਆ ਨਾ ਬੜੇ ਵੇਗ ਵਾਲਾ ਘੋੜਾ ਕਾਹਲਾ ਪੈਂਦਾ, ਸਤਿਗੁਰੂ ਜੀ ਨੇ ਰੋਕਣਾ ਕੀਤਾ, ਧੀਰਜ ਦਿੱਤੀ ਘੋੜੇ ਨੂੰ ਥਾਪੜਾ ਦੇ ਕਰਕੇ। ਬਹਰੋ ਲਾਰਾ ਛੇਰਨ ਕੀਨ, ਮਹਾਰਾਜ ਜੀ ਨੇ ਫਿਰ ਬਹਰੋ ਲਾਰਾ ਚਾਲ ਪਾਈ ਜਿਹੜੀ ਦੁੜਕੀ ਚਾਲ ਹੁੰਦੀ ਹੈ।
ਇਹ ਸੱਚੇ ਪਾਤਸ਼ਾਹ ਨੇ ਉਸ ਨੂੰ ਵੇਖਿਆ, ਬਲ ਪਰਖਣ ਲੱਗੇ ਗਰੀਬ ਨਵਾਜ। ਕਰਤ ਔਜ ਗੁਰ ਧੀਰਜ ਦੀਨ, ਬੜਾ ਔਜ ਕਰਦਾ, ਬੜਾ ਬਲ ਕਰਦਾ ਘੋੜਾ। ਸਤਿਗੁਰੂ ਜੀ ਪੁਚਕਾਰ ਕੇ ਫਿਰ ਧੀਰਜ ਦਿੰਦੇ ਆ। ਛੋਟੀ ਛਾਲ ਉਛਾਲਨ ਕਰੇ, ਮਹਾਰਾਜ ਨੇ ਛੋਟੀਆਂ ਛਾਲਾਂ ਭਰਵਾਈਆਂ ਹਨ ਘੋੜੇ ਦੀਆਂ। ਗਿਨ ਗਿਨ ਚਰਨ ਮਨੋ ਧਰ ਧਰੇ, ਘੋੜਾ ਇਉਂ ਥੜਕ ਰਿਹਾ ਜਿਵੇਂ ਥਾਲ ਵਿੱਚ ਪਿਆ ਹੋਇਆ ਮੋਤੀ ਥਰਕਦਾ ਹੈ। ਗਿਣ ਗਿਣ ਕੇ ਕਦਮ ਘੋੜਾ ਜਿਹੜਾ ਧਰਤੀ ਤੇ ਰੱਖਦਾ, ਉਹਦੇ ਅਗਲੇ ਕਦਮ ਜਿਵੇਂ ਚੱਕਰੀ ਦੀ ਚਾਲ ਚੱਲਦੀ, ਐਵੇਂ ਘੋੜਾ ਗਿਣ ਗਿਣ ਕੇ ਸੰਭ ਰੱਖਦਾ ਏ। ਬੌਰ ਧਵਾਏ ਵੇਗ ਕੋ ਹੇਰਾ, ਬੌੜੋ ਮਹਾਰਾਜ ਜੀ ਨੇ ਫਿਰ ਵੇਗ ਵਾਲੀ ਚਾਲ ਛੱਡੀ ਨਾ। ਜਦੋਂ ਉਹਦੇ ਧੌਣ ਦੇ ਕੇਸਾਂ ਨੂੰ ਮਹਾਰਾਜ ਥੋੜਾ ਜਿਹਾ ਛੇੜਿਆ ਤੇ ਥਾਪੀ ਮਾਰੀ, ਮਹਾਰਾਜ ਨੇ ਘੋੜਾ ਹਵਾ ਦੇ ਵੇਗ ਨੂੰ ਪਿੱਛੇ ਛਿੱਟ ਕੇ ਏਡੀ ਤੇਜ਼ੀ ਨਾਲ ਦੌੜਿਆ। ਭਾਖਤ ਕਵ ਤੈ ਸੁਜਸ ਵਡੇਰਾ, ਕਵੀ ਰਾਜ ਕਹਿੰਦੇ ਨੇ ਏਡਾ ਵੱਡਾ ਜਸ ਉਸ ਘੋੜੇ ਦਾ, ਕਹਿੰਦੇ ਮੈਂ ਕੀ ਕਰਾਂ ਜਿਸ ਘੋੜੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਵਾਰ ਹੋਏ ਐ। ਘੋੜੇ ਨੇ ਹਵਾ ਦੇ ਵੇਗ ਨੂੰ ਹੀ ਸਾਧ ਸੰਗਤ ਜੀ ਪਿੱਛੇ ਸਿੱਟ ਦਿੱਤਾ, ਇੰਨੀ ਤੇਜ਼ੀ ਨਾਲ ਘੋੜਾ ਜਿਹੜਾ ਦੌੜਿਆ ਹੈ। ਜਨ ਬਾਜੀ ਮੇਲੀ ਬੜ ਬਾਜੀ, ਇਉਂ ਸਾਧ ਸੰਗਤ ਜੀ ਸੋਹਣਾ ਬਾਜੀ ਘੋੜਾ ਜਿਹੜਾ ਨਾ, ਜਿਵੇਂ ਸੋਹਣੀ ਉਹਨੇ ਬਾਜੀ ਪਾਈ ਹੈ। ਨਟ ਬਾਜੀ ਜਿਸ ਦੇਖਤ ਲਾਜੀ, ਕਹਿੰਦੇ ਨਟ ਹੁੰਦਾ ਬਾਜੀਗਰ, ਬਾਜੀ ਪਾਉਣ ਵਾਲਾ। ਉਹ ਬੜੀ ਸੋਹਣੀ ਬਾਜੀ ਪਾਉਂਦਾ ਹੈ, ਪਰ ਜਾਣੋ ਕਿ ਨਟ ਵੀ ਸ਼ਰਮਾ ਜਾਵੇ, ਬਾਜੀਗਰ ਵੀ ਸ਼ਰਮਾ ਜਾਵੇ। ਇਹੋ ਜੀ ਮਹਾਰਾਜ ਦੇ ਘੋੜੇ ਨੇ ਸੁੰਦਰ ਬਾਜੀ ਪਾਈ ਹੈ। ਕੌਣ ਗੌਨ ਕੋ ਕੀਨ ਪਿਛੇਰੈ, ਕੌਣ ਦੇ ਗੌਨ ਨੂੰ ਹਵਾ ਦੇ ਵੇਗ ਨੂੰ ਪਿੱਛੇ ਸਿੱਟ ਦਿੱਤਾ ਘੋੜੇ ਨੇ। ਬਪਰੇ ਮ੍ਰਿਗ ਕਹਾਂ ਸਮ ਦੌੜੈ, ਤੇ ਵਿਚਾਰੇ ਹਿਰਨ ਕੀ ਐ ਇਸ ਘੋੜੇ ਦੇ ਬਰਾਬਰ ਜਿਹੜੇ ਦੌੜ ਸਕਣਗੇ। ਮਨ ਕੇ ਸਾਥ ਸਖਾਪਨ ਧਾਰੈ, ਸਤਿਗੁਰੂ ਜੀ ਦੇ ਮਨ ਦੇ ਨਾਲ ਸਖਾਪਨ ਕਰਨ ਵਾਲਾ ਇਹ ਘੋੜਾ, ਜਿਵੇਂ ਹਜੂਰ ਮਨ ਚ ਇੱਛਾ ਕਰਦੇ ਉਵੇਂ ਹੀ ਘੋੜਾ ਚੱਲਦਾ ਏ। ਜਨ ਚਪਲਾ ਕੋ ਚਪਲ ਸਿਖਾਰੈ, ਜਾਣਨਾ ਕਰੋ ਜਿਵੇਂ ਚੰਚਲ ਚੀਜ਼ਾਂ ਨੂੰ ਇਹ ਚੰਚਲਤਾਈ ਸਿਖਾ ਰਿਹਾ ਹੋਵੇ, ਇੰਨਾ ਚੰਚਲ ਚਲਾਕ ਘੋੜਾ ਏ। ਘੋੜੇ ਦੀ ਸਿਫਤ ਕਰ ਰਹੇ ਆ, ਸਮਾਂ ਨਹੀਂ ਆਗਿਆ ਦਿੰਦਾ। ਸਾਧ ਸੰਗਤ ਜੀ ਮਹਾਰਾਜ ਘੋੜੇ ਨੂੰ ਸਤਿਗੁਰਾਂ ਪਰਖਿਆ। ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ। ਗਰੀਬ ਨਵਾਜ ਨੇ ਇਹੋ ਜਿਹਾ ਸਾਧ ਸੰਗਤ ਜੀ ਸਾਨੂੰ ਇਹ ਸਿੱਖੀ ਦਾ ਨਮੂਨਾ ਦਿੱਤਾ ਹੈ ਕਿ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ। ਆਪਣੇ ਵਰਗਾ ਮਹਾਰਾਜ ਨੇ ਸਰੂਪ ਦਿੱਤਾ ਆਪਣੇ ਸਿੱਖਾਂ ਨੂੰ। ਇਹ ਸਤਿਗੁਰੂ ਜੀ ਦਾ ਪਰਮ ਪਵਿੱਤਰ ਇਤਿਹਾਸ ਜਿਵੇਂ ਅੱਗੇ ਆਵੇਗਾ, ਕੱਲ ਨੂੰ ਸ਼ੇਸ਼ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ। ਆਓ ਆਪ ਨਿਯਮ ਨਾਲ ਸਿਮਰਨ ਕਰਦੇ ਹੋ ਤੋ ਮੈਂ ਸਮਾਂ ਵੱਧ ਨਾ ਲਾਵਾਂ। ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਮਨ ਕੇ ਸਾਥ ਸਖਾਪਨ ਧਾਰੈ, ਜਨ ਚਪਲਾ ਕੋ ਚਪਲ ਸਿਖਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।